Good evening, everyone. Good evening to all of you. Most welcome to your own channel, Right On. ਕਿਵੇਂ ਹੋ ਜੀ ਸਾਰੇ? ਆਈ ਹੋਪ ਸਾਰੇ ਅੱਛੇ ਹੋਣਗੇ, ਗੁੱਡ ਹੋਣਗੇ ਔਰ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਜੋ ਹੈ ਉਹ ਚੱਲ ਰਹੀ ਹੋਊਗੀ। ਅੱਜ ਆਪਾਂ ਨੇ ਕੰਪਲੈਕਸ ਨੰਬਰ ਨੂੰ ਖਤਮ ਕਰ ਦੇਣਾ ਚੈਪਟਰ ਨੂੰ, ਕਿਉਂਕਿ 2-3 ਟੌਪਿਕ ਹੀ ਆਪਣੇ ਰਹਿ ਗਏ ਸੀ। ਜੇਕਰ ਤੁਸੀਂ ਰੈਗੂਲਰ ਕਲਾਸਿਸ ਲਗਾ ਰਹੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਪਤਾ ਹੋਏਗਾ। ਐਂਡ ਸੌਰੀ ਫॉर ਮਾਈ ਮਿਸਟੇਕ, ਮੈਂ ਥੋੜਾ ਜਿਹਾ ਇਹਦੇ ਵਿੱਚ ਚੇਂਜ ਕਰਨਾ ਭੁੱਲ ਗਈ। ਦਿਸ ਇਜ਼ ਨੋਟ ਕਲਾਸ ਨੰਬਰ 7, ਇਹ ਆਪਣੀ 9th ਕਲਾਸ ਹੈ ਔਰ ਇਸ 9th ਕਲਾਸ ਦੇ ਵਿੱਚ ਅੱਜ ਆਪਣਾ ਜੋ ਫਸਟ ਚੈਪਟਰ ਹੈ, ਜੋ ਕਿ ਆਪਾਂ ਮਾਸਟਰ ਕੈਡਰ ਦੀ ਨਵੀਂ ਸੀਰੀਜ਼ ਸਟਾਰਟ ਕੀਤੀ ਸੀ ਔਰ ਉਸ ਦੇ ਵਿੱਚ ਆਪਣਾ ਫਸਟ ਚੈਪਟਰ ਜੋ ਹੈ ਉਹ ਕੰਪਲੀਟ ਹੋਣ ਜਾ ਰਿਹਾ ਹੈ। ਔਰ ਆਈ ਹੋਪ ਸਟਿਲ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੋਊਗਾ। ਦਿਸ ਇਜ਼ ਅਵਰ ਕਲਾਸ ਨੰਬਰ 9। ਔਰ ਮੈਂ ਕੁਝ ਕੁ ਮੈਸੇजेस ਗਰੁੱਪ ਦੇ ਵਿੱਚ ਪੜ੍ਹੇ ਸੀਗੇ ਜੋ ਆਪਣਾ ਡਿਸਕਸ਼ਨ ਦੇ ਲਈ ਬਣਿਆ ਹੋਇਆ ਕਿ ਕਾਫੀ ਟਾਈਮ ਬਾਅਦ ਜਿਨ੍ਹਾਂ ਨੇ ਮੈਥ ਸਟਾਰਟ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਡਿਫਿਕਲਟੀ ਆ ਰਹੀ ਹੈ ਹੈ ਨਾ, ਕਿ ਕਿਵੇਂ ਕੁਐਸਚਨਸ ਨੂੰ ਸੋਲਵ ਕਰੀਏ। ਤਾਂ ਤੁਸੀਂ ਚਿੰਤਾ ਨਾ ਕਰੋ, ਜਦੋਂ ਆਪਾਂ MCQs ਨੂੰ ਸੋਲਵ ਕਰਾਂਗੇ ਤਾਂ ਸ਼ੁਰੂ ਦੇ ਵਿੱਚ ਤੁਹਾਨੂੰ ਲੱਗੇਗਾ ਥੋੜਾ ਜਿਹਾ ਕਿ ਕੁਐਸਚਨ ਨਹੀਂ ਹੋ ਰਹੀ, ਬਟ ਜਦੋਂ ਇੱਕ ਵਾਰੀ ਤੁਹਾਡਾ ਫਲੋ ਬਣਨਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ ਤੁਹਾਡੀ ਹੈਬਿਟ ਬਣ ਜਾਣੀ ਹੈ, ਇੱਕਦਮ ਨਹੀਂ ਬਣੇਗੀ ਹੈ ਨਾ। ਕਿਵੇਂ ਕਿਹੜੇ ਕੁਐਸਚਨ ਨੂੰ ਕਰਨਾ ਹੈ, ਹੋ ਸਕਦਾ ਹੈ ਸ਼ੁਰੂ ਦੇ ਵਿੱਚ ਤੁਸੀਂ ਟਾਈਮ ਵੀ ਜ਼ਿਆਦਾ ਲਵੋ ਕਿ ਹਾਂਜੀ, ਕਿਉਂਕਿ ਕਾਫੀ ਲੌਂਗ ਟਾਈਮ ਤੋਂ ਬਾਅਦ ਜੇਕਰ ਤੁਸੀਂ ਆਪਣੇ ਮੈਥ ਨੂੰ ਟੱਚ ਕਰ ਰਹੇ ਹੋ ਤਾਂ ਜਲਦੀ ਜਲਦੀ ਸਪੀਡ ਨਹੀਂ ਬਣਦੀ। ਤਾਂ ਇਹੀ ਇੱਕ ਰੀਜ਼ਨ ਸੀ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਹੁਣੀ ਤੋਂ ਸਟਾਰਟਿੰਗ ਕਰ ਦਿਓ ਆਪਣੀ ਪ੍ਰੈਪਰੇਸ਼ਨ ਦੀ, ਤਾਂ ਕਿ ਉਦੋਂ ਤੱਕ ਤੁਸੀਂ ਪ੍ਰੋਪਰਲੀ ਪ੍ਰਪੇਅਰ ਹੋ ਜਾਓ ਐਗਜ਼ਾਮ ਦੇ ਲਈ ਹੈ ਨਾ। ਤਾਂ ਚਿੰਤਾ ਨਾ ਕਰੋ, MCQs ਜਦੋਂ ਕਰਾਂਗੇ ਤਾਂ ਕੋਈ ਵੀ, ਬਾਕੀ ਮੈਂ ਤੁਹਾਨੂੰ ਦਿਨੇਸ਼ ਦੀਆਂ ਬੁੱਕਸ ਭੇਜੀ ਹੋਈਆਂ, PDF ਭੇਜੀ ਹੋਈ ਹੈ ਚੈਪਟਰ 5 ਦੀ, ਐਂਡ ਮੋਡਰਨ ਦੀ ਵੀ ਭੇਜੀ ਹੋਈ ਹੈ। ਆਈ ਵਿਲ ਗਿਵ ਯੂ ਐਡਵਾਈਸ ਕਿ ਸਭ ਤੋਂ ਪਹਿਲਾਂ ਜੋ ਮੋਡਰਨ ਦੇ ਚੈਪਟਰ ਦੇ ਬਿਲਕੁਲ ਲਾਸਟ ਦੇ ਵਿੱਚ MCQs ਨੇ ਉਹਨਾਂ ਨੂੰ ਡਿਸਕਸ ਕਰੋ, ਉਹਨਾਂ ਨੂੰ ਸੋਲਵ ਕਰਨ ਤੋਂ ਬਾਅਦ ਦਿਨੇਸ਼ ਦੀ ਬੁੱਕ ਦੇ MCQs ਕਰਿਓ, ਕਿਉਂਕਿ ਦਿਨੇਸ਼ ਦੀ ਬੁੱਕ ਦੇ ਕਿਤੇ ਨਾ ਕਿਤੇ ਲੈਵਲ ਥੋੜਾ ਜਿਹਾ ਹਾਈ ਹੈ ਨਾ। ਬਾਕੀ ਮੀਡੀਅਮ ਲੈਵਲ, ਈਜ਼ੀ ਲੈਵਲ, ਡਿਫਿਕਲਟ ਲੈਵਲ, ਉਹ MCQs ਮੈਂ ਤੁਹਾਨੂੰ ਇੱਥੇ ਤਿੰਨੋਂ ਚੀਜ਼ਾਂ ਦੇ ਮਿਕਸ ਲੈ ਕੇ ਆਉਂਗੀ। ਠੀਕ ਹੈ, ਜੋ ਐਕਸਟਰਾ ਮੇਰੇ ਕੋਲ ਕੁਛ MCQs ਨੇ, ਠੀਕ ਹੈ, ਮੋਡਰਨ ਦੀ ਬੁੱਕ ਦੇ MCQs ਹੋ ਗਏ, ਦਿਨੇਸ਼ ਦੀ ਬੁੱਕ ਦੇ MCQs ਹੋ ਗਏ, ਇਹ ਮੈਂ ਕੁਝ ਐਕਸਟਰਾ ਤੁਹਾਡੇ ਲਈ ਲੈ ਕੇ ਆਉਂਗੀ ਸੰਡੇ ਵਾਲੇ ਦਿਨ। ਠੀਕ ਹੈ, ਔਰ ਚਲੋ ਫਿਰ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਅੱਜ ਦੀ ਕਲਾਸ ਨੂੰ ਕੰਟੀਨਿਊ ਕਰਦੇ ਹਾਂ, ਸਟਾਰਟ ਕਰਦੇ ਹਾਂ। ਟੈਲੀਗ੍ਰਾਮ ਗਰੁੱਪ ਜਿਨ੍ਹਾਂ ਨੇ ਵੀ ਨਹੀਂ ਜੁਆਇਨ ਕੀਤਾ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ, ਕਾਫੀ ਬੈਨੀਫੀਸ਼ੀਅਲ ਤੁਹਾਡੇ ਲਈ ਹੈਗਾ ਉਹ। ਠੀਕ ਹੈ, ਸਾਰੀ ਇਨਫੋਰਮੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਮਿਲਦੀ ਹੈ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਅਵੇਲੇਬਲ ਮਿਲੇਗਾ। ਛੋਟੀ ਜਿਹੀ ਰਿਕੁਐਸਟ, ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਠੀਕ ਹੈ, ਚਲੋ ਤਾਂ ਅਗਰ ਆਪਾਂ ਗੱਲ ਕਰੀਏ, ਮੋਸਟ ਆਫ ਦ ਟੌਪਿਕਸ ਆਰ ਕੰਪਲੀਟ। ਟ੍ਰਾਂਸਡੈਂਟਲ ਫੰਕਸ਼ਨਸ ਰਹਿ ਗਏ, ਐਂਡ ਜੋ ਇਹ ਆਪਣੇ ਕੋਲ ਫੰਡਾਮੈਂਟਲ ਥਿਊਰਮ ਹੈ, ਠੀਕ ਹੈ, ਔਰ ਕੁਆਡਰੇਟਿਕ ਇਕੁਏਸ਼ਨ ਦੇ ਜੋ ਸੋਲਿਊਸ਼ਨਸ ਨੇ ਉਹ ਆਪਣੇ ਕੋਲ ਰਹਿ ਗਏ। ਅਦਰਵਾਈਜ਼ ਆਪਣਾ ਮੋਸਟ ਆਫ ਦ ਟੌਪਿਕ ਹੈ ਜੋ ਕੰਪਲੀਟ ਹੋ ਚੁੱਕਿਆ ਹੈ। ਟ੍ਰਿਗਨੋਮੈਟ੍ਰਿਕ ਤੇ ਹਾਈਪਰਬੋਲਿਕ ਫੰਕਸ਼ਨ ਆਪਾਂ ਜਦੋਂ ਟ੍ਰਿਗਨੋਮੈਟ੍ਰਿਕ ਦਾ ਟੌਪਿਕ ਕਰਾਂਗੇ ਉਦੋਂ ਉਸਨੂੰ ਡਿਸਕਸ ਕਰਾਂਗੇ। ਠੀਕ ਹੈ, ਬਾਕੀ ਸਾਰਾ ਸਿਲੇਬਸ ਤੁਹਾਡਾ ਇਹਦੇ ਵਿੱਚੋਂ ਹੋ ਚੁੱਕਿਆ ਹੈ। ਹੁਣ ਜੇਕਰ ਆਪਾਂ ਇਸ ਦੇ ਵਿੱਚ ਗੱਲ ਕਰੀਏ, ਫਰਸਟਲੀ ਵੀ ਵਿਲ ਟਾਕਿੰਗ ਅਬਾਊਟ ਦ ਫੰਡਾਮੈਂਟਲ ਥਿਊਰਮ ਆਫ ਦ ਅਲਜਬਰਾ, ਕਿਉਂਕਿ ਇਹ ਮਾਡਰਨ ਦੀ ਬੁੱਕ ਦੇ ਵਿੱਚ ਜੇਕਰ ਤੁਸੀਂ PDF ਖੋਲ ਕੇ ਦੇਖੋਗੇ ਤਾਂ ਬਿਲਕੁਲ ਲਾਸਟ ਐਕਸਰਸਾਈਜ਼ ਤੁਹਾਨੂੰ ਮਿਲ ਜੇਗੀ। ਔਰ ਇਸ ਲਾਸਟ ਐਕਸਰਸਾਈਜ਼ ਦੇ ਵਿੱਚ ਈਜ਼ੀਲੀ ਆਪਾਂ ਇਹ ਦੇਖ ਸਕਦੇ ਹਾਂ ਕਿ ਜੋ ਆਪਣਾ ਟੌਪਿਕ ਹੈ ਉਹ ਅਵੇਲੇਬਲ ਹੈ ਨਾ, ਕੁਆਡਰੇਟਿਕ ਇਕੁਏਸ਼ਨ ਦਾ। ਠੀਕ ਹੈ, ਚਲੋ ਇਹ ਤਾਂ ਕੁਆਡਰੇਟਿਕ ਇਕੁਏਸ਼ਨ ਵਾਲਾ ਹੈ, ਔਰ ਇਹ ਕੁਆਡਰੇਟਿਕ ਇਕੁਏਸ਼ਨ ਦਾ ਟੌਪਿਕ ਹੈ। ਮੈਂ PDF ਦੇਖ ਰਹੀ ਸੀ ਚੈਪਟਰ 5 ਦੀ ਮਾਡਰਨ ਦੀ ਬੁੱਕ, ਔਰ ਉਸ ਤੋਂ ਜੀ ਬਿਲਕੁਲ ਉਸ ਦੇ ਵਿੱਚ ਫੰਡਾਮੈਂਟਲ ਥਿਊਰਮ ਆਫ ਅਲਜਬਰਾ ਵੀ ਇਨਕਲੂਡਡ ਹੈ। ਚਲੋ ਸਾਰਾ ਕੁਝ ਹੀ ਕਰ ਲੈਂਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਫੰਡਾਮੈਂਟਲ ਥਿਊਰਮ ਆਫ ਅਲਜਬਰਾ ਦੀ। ਠੀਕ ਹੈ, ਫਿਰ ਉਸ ਤੋਂ ਬਾਅਦ ਸੋਲਿਊਸ਼ਨਸ ਤਾਂ ਤੁਹਾਨੂੰ ਕੱਢਣੇ ਆਉਂਦੇ ਹੀ ਨੇ। ਠੀਕ ਹੈ, ਚਲੋ ਪਹਿਲਾਂ ਆਪਣੇ ਕੋਲ ਕੀ ਹੁੰਦਾ ਸੀ, ਬਿਲਕੁਲ ਬੇਸਿਕ ਤੋਂ ਚੱਲਦੇ ਹਾਂ। ਨਾਓ ਦ ਟੌਪਿਕ ਇਜ਼ ਕੁਆਡਰੇਟਿਕ ਇਕੁਏਸ਼ਨਸ। ਠੀਕ ਹੈ, ਕੁਆਡਰੇਟਿਕ ਇਕੁਏਸ਼ਨਸ ਆਪਾਂ ਨੂੰ ਇਹ ਦੱਸਦੀਆਂ ਨੇ ਕਿ ਕੋਈ ਵੀ ਇੱਕ ਇਕੁਏਸ਼ਨ ਕੁਝ ਕਿਸ ਫਾਰਮੈਟ ਦੇ ਵਿੱਚ ਹੁੰਦੀ ਹੈ, ax² + bx + c ਇਜ਼ ਇਕੁਅਲ ਟੂ 0। ਠੀਕ ਹੈ, ਜਿਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ a ਦੀ ਵੈਲਿਊ ਹੈ ਉਹ 0 ਦੇ ਇਕੁਅਲ ਨਹੀਂ ਹੋਣੀ ਚਾਹੀਦੀ, ਕਿਉਂਕਿ ਅਗਰ a ਦੀ ਵੈਲਿਊ 0 ਦੇ ਇਕੁਅਲ ਹੋਗੀ ਤਾਂ ਆਪਣੇ ਕੋਲ x ਦੀ ਡਿਗਰੀ 2 ਨਹੀਂ ਬਚੇਗੀ, ਔਰ ਅਗਰ x ਦੀ ਡਿਗਰੀ 2 ਨਹੀਂ ਬਚੀ ਇਟ ਮੀਨਸ ਆਪਣੇ ਕੋਲ ਉਹ ਲੀਨੀਅਰ ਇਕੁਏਸ਼ਨ ਬਣ ਗਈ, ਉਹ ਆਪਣੇ ਕੋਲ ਕੁਆਡਰੇਟਿਕ ਇਕੁਏਸ਼ਨ ਨਹੀਂ ਬਣੀ। ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ a ਸ਼ੁੱਡ ਨਾਟ ਇਕੁਅਲ ਟੂ 0। ਤਾਂ ਕੁਆਡਰੇਟਿਕ ਇਕੁਏਸ਼ਨ ਕਿਹੜੀ ਇਕੁਏਸ਼ਨ ਹੁੰਦੀ ਹੈ, ਇਨ ਸਿੰਪਲ ਵਰਡਸ, ਜਿਸ ਦੇ ਵਿੱਚ ਹਾਈਐਸਟ ਡਿਗਰੀ ਜੋ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, 2 ਹੋਣੀ ਚਾਹੀਦੀ ਹੈ। ਦੈਟ ਇਜ਼ ਅਵਰ ਕੁਆਡਰੇਟਿਕ ਇਕੁਏਸ਼ਨ। ਠੀਕ ਹੈ, ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਕੋਈ ਗੱਲ ਨਹੀਂ ਜੀ, ਸਾਨੂੰ ਸਾਰਾ ਆਉਂਦਾ ਹੈ। ਜੇਕਰ ਤੁਸੀਂ ਹੁਣ ਕਹੋਗੇ ਕਿ x ਦੀਆਂ ਵੈਲਿਊਜ਼ ਨੂੰ ਫਾਈਂਡ ਕਰੋ ਤਾਂ ਸਾਨੂੰ ਪਤਾ ਕਿਵੇਂ ਫਾਈਂਡ ਕਰਨੀਆਂ ਨੇ। ਅਸੀਂ ਇੱਥੇ ਡਿਸਕ੍ਰਿਮੀਨੈਂਟ ਲਗਾ ਦਿੰਦੇ ਹੁੰਦੇ ਹਾਂ। ਠੀਕ ਹੈ, ਔਰ ਉਹ ਡਿਸਕ੍ਰਿਮੀਨੈਂਟ ਵਾਲਾ ਫਾਰਮੂਲਾ ਯੂਜ਼ ਕਰਕੇ ਅਸੀਂ ਈਜ਼ੀਲੀ ਆਪਣੀਆਂ ਜੋ x ਦੀਆਂ ਵੈਲਿਊਜ਼ ਨੇ ਉਹ ਫਾਈਂਡ ਕਰ ਲੈਂਦੇ ਹੁੰਦੇ ਹਾਂ। ਇੱਥੋਂ ਮੇਰੇ ਕੋਲ x ਦੀਆਂ 2 ਵੈਲਿਊਜ਼ ਆਉਣਗੀਆਂ, ਵੈਰੀ ਈਜ਼ੀ ਟੂ ਅੰਡਰਸਟੈਂਡ, ਕਿਉਂਕਿ ਹਾਈਐਸਟ ਪਾਵਰ 2 ਹੈ ਤਾਂ ਆਂਸਰਸ ਵੀ ਮੇਰੇ ਕੋਲ 2 ਆਉਣਗੇ, ਹੈ ਨਾ।
ਚਲੋ ਇਹ ਸੀਗਾ ਬੇਸਿਕ। ਹੁਣ ਆਪਣੇ ਕੋਲ ਫੰਡਾਮੈਂਟਲ ਥਿਊਰਮ ਕੀ ਕਹਿੰਦੀ ਹੈ। ਹੁਣ ਇੱਕ ਚੀਜ਼ ਤਾਂ ਆਪਾਂ ਨੂੰ ਪਤਾ ਲੱਗ ਗਈ ਕਿ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਮੇਰੇ ਕੋਲ ਕਿੰਨੇ ਰੂਟਸ ਹੋ ਸਕਦੇ ਆ, 2 ਰੂਟਸ ਹੋ ਸਕਦੇ ਆ, ਠੀਕ ਹੈ। ਆਈ ਹੈਵ ਓਨਲੀ 2 ਰੂਟਸ। ਹੁਣ ਇਹ ਦੋਨੋਂ ਰੂਟਸ ਕਿਸ ਫਾਰਮੈਟ ਦੇ ਵਿੱਚ ਹੋਣਗੇ ਉਹ ਥੋੜਾ ਜਿਹਾ ਆਪਾਂ ਡਿਸਕਸ ਕਰ ਲੈਂਦੇ ਆ। ਦੇਖੋ ਅਗਰ ਆਪਾਂ ਨੂੰ ਪਤਾ ਹੈ ਕਿ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਨੰਬਰ ਆਫ ਜੋ ਰੂਟਸ ਨੇ ਉਹ ਮੇਰੇ ਕੋਲ ਕਿੰਨੇ ਹੋਣਗੇ, 2 ਹੋਣਗੇ। ਤੇ ਇਹਦੇ ਵਿੱਚ ਕਿਹੜੇ ਕਿਹੜੇ ਪੋਸੀਬਿਲਿਟੀਜ਼ ਬਣਦੀਆਂ ਨੇ। ਸਭ ਤੋਂ ਪਹਿਲੀ ਪੋਸੀਬਿਲਿਟੀ ਤਾਂ ਇਹ ਬਣਦੀ ਹੈ ਕਿ ਹੋ ਸਕਦਾ ਤੁਹਾਡੇ ਵੱਲੋਂ ਕੱਢੇ ਹੋਏ ਦੋਨੋਂ ਰੂਟਸ ਬਿਲਕੁਲ ਇਕੁਅਲ ਹੋਣ, ਮਤਲਬ ਮੇਰੇ ਕੋਲ ਦੋਨੋਂ ਹੀ x ਦੀਆਂ ਵੈਲਿਊਜ਼ ਕੀ ਹੋ ਗਈਆਂ, ਇਕੁਅਲ ਆ ਗਈਆਂ, ਦੋਨਾਂ ਦੀਆਂ ਵੈਲਿਊਜ਼ 2 ਆ ਗਈਆਂ, ਠੀਕ ਹੈ। ਹੋ ਸਕਦਾ ਦੋਨੋਂ ਹੀ ਰੂਟਸ ਮੇਰੇ ਕੋਲ ਕੀ ਹੋਣ, ਪੋਜ਼ਿਟਿਵ ਹੋਣ। ਹੋ ਸਕਦਾ ਦੋਨੋਂ ਹੀ ਰੂਟਸ ਮੇਰੇ ਕੋਲ ਕੀ ਹੋਣ, ਨੈਗੇਟਿਵ ਹੋਣ, ਠੀਕ ਹੈ। ਜੇ ਇਹ ਵੀ ਪੋਸੀਬਿਲਿਟੀ ਬਣਦੀ ਹੈ ਕਿ ਮੇਰੇ ਕੋਲ ਇੱਕ ਰੂਟ ਪੋਜ਼ਿਟਿਵ ਹੈ ਔਰ ਇੱਕ ਰੂਟ ਮੇਰੇ ਕੋਲ ਕੀ ਹੈ, ਨੈਗੇਟਿਵ ਹੈ, ਠੀਕ ਹੈ। ਜੋ ਮੇਰੇ ਕੋਲ x ਦੀਆਂ ਵੈਲਿਊਜ਼ ਆ ਰਹੀਆਂ ਨੇ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ। ਔਰ ਹੋ ਸਕਦਾ ਮੇਰੇ ਕੋਲ ਦੋਨੋਂ ਹੀ ਰੂਟਸ ਕੀ ਆ ਜਾਣ, ਇਮੇਜਨਰੀ ਆ ਜਾਣ, ਦੋਨਾਂ ਦੇ ਨਾਲ ਆਇਓਟਾ ਵਾਲਾ ਕੁਝ ਕਨਸੈਪਟ ਲੱਗ ਜੇ, ਕਿਉਂਕਿ ਹੁਣ ਆਪਾਂ ਨੂੰ ਆਇਓਟਾ ਪੜ੍ਹਨਾ ਆ ਗਿਆ। ਹੁਣ ਆਪਾਂ ਈਜ਼ੀਲੀ ਕੁਆਡਰੇਟਿਕ ਇਕੁਏਸ਼ਨਸ ਨੂੰ ਸੋਲਵ ਕਰ ਸਕਦੇ ਹਾਂ। ਹੁਣ ਜੇਕਰ ਤਾਂ ਸਾਡੇ ਸਾਹਮਣੇ ਇੱਦਾਂ ਲਿਖ ਦੇਣਗੇ ਕਿ ਰੂਟ ਦੇ ਵਿੱਚ -4 ਹੈ ਤਾਂ ਆਪਾਂ ਨੂੰ ਨੋ ਸੋਲਿਊਸ਼ਨ ਨਹੀਂ ਕਵਾਂਗੇ, ਆਪਾਂ ਕਵਾਂਗੇ ਜੀ ਮੇਰੇ ਆਨਸਰ ਦੇ ਵਿੱਚ ਨਾਲ 2 ਆਇਓਟਾ ਵੀ ਆ ਰਿਹਾ ਹੈ ਨਾ, ਕਿਉਂਕਿ ਹੁਣ ਆਪਾਂ ਨੂੰ ਸਮਝ ਆ ਗਿਆ ਕਿ ਇਹ ਆਪਣੇ ਕੋਲ ਇਮੇਜਨਰੀ ਨੰਬਰ ਹੁੰਦੇ ਨੇ, ਠੀਕ ਹੈ। ਔਰ ਇਹਨਾਂ ਤਿੰਨਾਂ ਕੇਸਿਸ ਦੇ ਵਿੱਚ ਮੈਂ ਗੱਲ ਕਰ ਰਹੀ ਹਾਂ ਕਿ ਜੋ ਆਪਣੇ ਰੂਟਸ ਹੋਣਗੇ ਉਹ ਡਿਸਟਿੰਕਟ ਹੋਣਗੇ, ਮਤਲਬ ਅਲੱਗ-ਅਲੱਗ ਹੋਣਗੇ ਕਿ ਸੇਮ ਵੈਲਿਊਜ਼ ਨਹੀਂ ਹੋਣਗੀਆਂ। ਤਾਂ ਕਿਹੜੀਆਂ ਪੋਸੀਬਿਲਿਟੀਜ਼ ਬਣਦੀਆਂ ਨੇ ਕਿ ਦੋਨੋਂ ਹੀ ਰੂਟਸ ਮੇਰੇ ਕੋਲ ਇਕੁਅਲ ਨੇ ਜਾਂ ਫਿਰ ਡਿਫਰੈਂਟ ਨੇ। ਅਗਰ ਡਿਫਰੈਂਟ ਨੇ ਤਾਂ ਹੋ ਸਕਦਾ ਦੋਨੋਂ ਪੋਜ਼ਿਟਿਵ ਹੋਣ, ਦੋਨੋਂ ਨੈਗੇਟਿਵ ਹੋਣ, ਜਾਂ ਇੱਕ ਪੋਜ਼ਿਟਿਵ ਔਰ ਇੱਕ ਨੈਗੇਟਿਵ ਹੋਵੇ, ਜਾਂ ਫਿਰ ਆਪਣੇ ਕੋਲੇ ਦੋਨੋਂ ਹੀ ਕੀ ਹੋ ਸਕਦੇ ਨੇ, ਇਮੇਜਨਰੀ ਰੂਟਸ ਹੋ ਸਕਦੇ ਨੇ। ਹੁਣ ਇਹਨਾਂ ਸਾਰੀਆਂ ਗੱਲਾਂ ਦਾ ਕੀ ਮਤਲਬ ਹੈ, ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਹੈ ਕਿ ਕੋਈ ਮਰਜ਼ੀ ਪੋਸੀਬਿਲਿਟੀ ਬਣ ਜਾਵੇ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਜਿੰਨੀ ਤੁਹਾਡੇ ਕੋਲ, ਚਾਹੇ ਤੁਹਾਡੇ ਕੋਲ 4 ਰੂਟਸ ਹੋਣ, ਚਾਹੇ ਤੁਹਾਡੇ ਕੋਲ 5 ਰੂਟਸ ਹੋਣ, 4 ਰੂਟ 5 ਰੂਟ ਤਾਂ ਪੋਸੀਬਲ ਹੈ ਜੇਕਰ x ਦੀ ਹਾਈਐਸਟ ਪਾਵਰ 4 ਹੋਏਗੀ, x ਦੀ ਹਾਈਐਸਟ ਪਾਵਰ 5 ਹੋਏਗੀ, ਠੀਕ ਹੈ। ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਇੱਕ ਟਾਈਪ ਦੇ ਹੀ ਰੂਟਸ ਆਉਣਗੇ, ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲੇ ਜਿੰਨੇ ਵੀ ਟਾਈਪਸ ਦੇ ਰੂਟਸ ਆਣ, ਬਟ ਤੁਹਾਡੇ ਕੋਲ ਮੈਕਸਿਮਮ ਰੂਟਸ ਕਿੰਨੇ ਪੋਸੀਬਲ ਨੇ, 2 ਹੀ ਪੋਸੀਬਲ ਨੇ। ਇਸ ਚੀਜ਼ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ, ਹੈ ਨਾ। ਇਹਦਾ ਰੀਜ਼ਨ ਕੀ ਹੈ, ਕਿਉਂਕਿ ਆਪਣੇ ਕੋਲ ਜੋ ਕੁਆਡਰੇਟਿਕ ਇਕੁਏਸ਼ਨ ਹੁੰਦੀ ਹੈ ਉਸਦੀ ਜੋ ਹਾਈਐਸਟ ਪਾਵਰ ਹੈ ਉਹ ਆਪਣੇ ਕੋਲ ਕਿੰਨੀ ਹੁੰਦੀ ਹੈ, 2 ਹੁੰਦੀ ਹੈ, ਤਾਂ ਕਰਕੇ ਆਪਣੇ ਕੋਲ ਸਿਰਫ 2 ਹੀ ਰੂਟਸ ਪੋਸੀਬਲ ਨੇ, ਠੀਕ ਹੈ। ਇਹੀ ਚੀਜ਼ ਆਪਾਂ ਨੂੰ ਫੰਡਾਮੈਂਟਲ ਥਿਊਰਮ ਦੱਸਦੀ ਹੈ। ਫੰਡਾਮੈਂਟਲ ਥਿਊਰਮ ਆਪਾਂ ਨੂੰ ਕੀ ਕਹਿੰਦੀ ਹੈ ਜੀ, ਮਤਲਬ ਬਿਲਕੁਲ ਈਜ਼ੀ ਹੈ ਔਰ ਇਹ ਆਈ ਥਿੰਕ ਸੋ ਆਲਰੇਡੀ ਸਭ ਨੂੰ ਬੇਸਿਕ ਤੋਂ ਪਤਾ ਹੈ, ਬਸ ਇਸ ਨੂੰ ਇੱਕ ਨਾਮ ਦੇ ਦਿੱਤਾ। ਇਨਫੋਰਮੇਸ਼ਨ ਇਸ ਚੀਜ਼ ਬਾਰੇ ਆਲਰੇਡੀ ਆਪਾਂ ਨੂੰ ਹੈਗੀ ਹੈ, ਸਭ ਨੂੰ ਪਤਾ ਹੈ, ਮੈਨੂੰ ਕਲੀਅਰ ਹੈ ਕਿ ਆਪਾਂ ਹੁਣ ਇੰਨੀਆਂ ਹਾਈਐਸਟ ਸਟੱਡੀਜ਼ ਕਰਕੇ ਆਏ ਹਾਂ। ਤਾਂ ਇਹ ਤਾਂ ਬੇਸਿਕ ਜਿਹਾ ਰੂਲ ਹੈ ਕਿ ਜਿੰਨੀ x ਦੀ ਹਾਈਐਸਟ ਪਾਵਰ ਹੋਏਗੀ ਓਨੀਆਂ ਹੀ x ਦੀਆਂ ਵੈਲਿਊਜ਼ ਆਪਣੇ ਕੋਲ ਦੇਖਣ ਨੂੰ ਮਿਲਣਗੀਆਂ, ਓਨੀਆਂ ਹੀ x ਦੇ ਰੂਟਸ ਆਪਾਂ ਨੂੰ ਦੇਖਣ ਨੂੰ ਮਿਲਣਗੇ। ਇਹ ਥਿਊਰਮ ਦਾ ਨਾਮ ਕੀ ਹੈ, ਫੰਡਾਮੈਂਟਲ ਥਿਊਰਮ ਆਫ ਐਲਜਬਰਾ, ਠੀਕ ਹੈ। ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਐਵਰੀ non-zero single variable polynomial of degree, सॉरी इत्थे कंप्लीट नहीं आया, इत्थे लिख रही हाँ मैं डिग्री n, ठीक है जी, विद ਕੰਪਲੈਕਸ ਕੋਫੀਸ਼ੀਐਂਟ। ਹੁਣ ਇਹ ਵੀ ਨਹੀਂ ਡਰਨਾ ਕਿ ਮੇਰੇ ਕੋਲ ਤਾਂ ਜੀ ਕੋਫੀਸ਼ੀਐਂਟ ਵੀ ਕੰਪਲੈਕਸ ਨੰਬਰ ਦੇ ਵਿੱਚ ਆ ਗਏ, ਮਤਲਬ ਕੋਫੀਸ਼ੀਐਂਟ ਮੇਰੇ ਕੋਲ ਚਾਹੇ ਰੀਅਲ ਹੋਣ ਚਾਹੇ ਕੰਪਲੈਕਸ ਹੋਣ, ਇਹਨਾਂ ਚੀਜ਼ਾਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਫਰਕ ਕਿਹਦੇ ਨਾਲ ਪੈਂਦਾ ਹੈ, ਸਿਰਫ ਤੇ ਸਿਰਫ ਪਾਵਰ ਦੇ ਨਾਲ ਪੈਂਦਾ ਹੈ, ਡਿਗਰੀ ਦੇ ਨਾਲ ਪੈਂਦਾ, ਠੀਕ ਹੈ। ਵਿਦ ਮਲਟੀਪਲਾਈ हैज़ एन रूट्स, कि जिन्ने मेरे को जेकर x की पावर n है हाईएस्ट, ठीक है जी, तो ਉਹਦੇ ਵਿੱਚ ਕਿੰਨੇ ਆਨਸਰਸ ਆਣਗੇ ਮੇਰੇ ਕੋਲ, n ਰੂਟਸ ਮੈਨੂੰ ਦੇਖਣ ਨੂੰ ਮਿਲਣਗੇ। ਵੈਰੀ ਬੇਸਿਕ ਜੋ ਕਨਸੈਪਟ ਹੈ, ਬਹੁਤ ਹੀ ਈਜ਼ੀ ਹੈ, ਪੰਜਾਬੀ ਭਾਸ਼ਾ 'ਚ ਸਮਝੋਗੇ ਤਾਂ ਕੁਝ ਸਮਝਣ ਵਾਲਾ ਹੈ ਹੀ ਨਹੀਂ, ਤੁਹਾਨੂੰ ਆਲਰੇਡੀ ਆਉਂਦਾ ਹੈ, ਠੀਕ ਹੈ। ਫੰਡਾਮੈਂਟਲ ਥਿਊਰਮ ਆਫ ਐਲਜਬਰਾ ਇਸ ਦਾ ਨਾਮ ਹੈ। ਤੇ ਤੁਹਾਨੂੰ ਪੁੱਛ ਲਿਆ ਜਾਂਦਾ ਉੱਥੇ ਵਟ ਇਜ਼ ਦ ਫੰਡਾਮੈਂਟਲ ਥਿਊਰਮ ਆਫ ਐਲਜਬਰਾ, ਤਾਂ ਆਪਸ਼ਨਸ ਦੇ ਵਿੱਚੋਂ ਸਿਲੈਕਟ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚਾਰਾਂ ਦੇ ਵਿੱਚੋਂ ਕਿਹੜਾ ਇੱਕ ਰਾਈਟ ਆਨਸਰ ਹੈ ਜੋ ਹੋਊਗਾ, ਠੀਕ ਹੈ। ਹੁਣ ਨੈਕਸਟ ਅਗਰ ਆਪਾਂ ਗੱਲ ਕਰੀਏ, ਬਹੁਤ ਸਾਰੇ ਕੁਐਸਚਨਸ ਹੁਣ ਤੁਹਾਡੇ ਮਾਈਂਡ ਦੇ ਵਿੱਚ ਆਣਗੇ, ਚਲੋ ਠੀਕ ਹੈ ਫੰਡਾਮੈਂਟਲ ਥਿਊਰਮ ਤਾਂ ਸਾਨੂੰ ਕਲੀਅਰ ਹੋ ਗਿਆ, ਬਟ ਕਰੀਏ ਕਿਵੇਂ ਕੁਐਸਚਨਸ ਨੂੰ, ਹੈ ਨਾ। ਤਾਂ ਇੱਕ एग्जाम्पल लैके दिखा देनी है मैं थानू, थोड़ी मॉडर्न दी बुक दी ही फर्स्ट एग्जाम्पल है कि 27x²
-10x + 1 = 0। ਹੁਣ ਤੁਹਾਨੂੰ ਕਹਿ ਦਿੱਤਾ ਕਿ ਇਸ ਦੇ ਰੂਟਸ ਫਾइंड आउट ਕਰੋ, ਤਾਂ ਹੁਣ ਇਸ ਦੇ ਰੂਟ ਫਾइंड आउट ਕਰਨਾ ਆਈ ਡੋਂਟ ਥਿੰਕ ਸੋ ਕੁਛ ਡਿਫਿਕਲਟ ਹੈ। ਸਭ ਤੋਂ ਪਹਿਲਾਂ ਆਪਾਂ ਡਿਸਕ੍ਰਿਮੀਨੈਂਟ ਕੱਢਦੇ ਹਾਂ। ਡਿਸਕ੍ਰਿਮੀਨੈਂਟ ਮੇਰੇ ਕੋਲ ਕਿੱਦਾਂ ਹੁੰਦਾ ਜੀ, ਦੈਟ ਇਜ਼ b² - 4ac। ਸੋਲਵ ਕਰ ਲੈਂਦੇ ਹਾਂ। b² - 4ac ਕਰਾਂਗੇ ਤਾਂ ਕਿੰਨਾ ਆ ਜਾਏਗਾ, 100 - 4 × 27 × 1। ਕੁੱਲ ਮਿਲਾ ਕੇ ਆਪਣੇ ਕੋਲ ਕਿੰਨਾ ਬਣ ਗਿਆ, ਆਪਣੇ ਕੋਲ ਬਣ ਗਿਆ 100 - 108। ਇਟ ਮੀਨਸ ਮੇਰੇ ਕੋਲ ਡਿਸਕ੍ਰਿਮੀਨੈਂਟ ਦੀ ਵੈਲਿਊ ਆ ਗਈ -8 रूट। और इसमें थोड़ा बहुत भी जेकर आप सोल्व करते हैं तो मेरे को बन जाता 2√2 आयोटा। सिंपल, ठीक है। हुण अगर आप एक्स दी वैल्यूज़ कढ़ीए तो एक्स दी वैल्यूज़ का फॉर्मूला की है, एक्स दी वैल्यूज़ का वेरी सिंपल जा फॉर्मूला है जो ऑलरेडी सबनों आंदा है। हुण इसनों आप कर लैंदे सोल्व। देखो जेकर यह केस अपने को 10th क्लास दे विच हुंदा फिर आप लिखदे जी नो सोल्यूशन, बट हुण इदां दी गलती नहीं करनी। नाउ यू नो दैट कि इसका आंसर मेरे को कितना आएगा, बस इस दे विच वैल्यूज़ पुट कर दो और वैल्यूज़ पुट करके तुहाडे कोल की हो जाएगा, आंसर आ जाएगा +-2√2 आयोटा डिवाइड बाय 2 × 27। 2 कॉमन निकल के कैंसिल आउट हो गया, 5 + -2 आयोटा एंड 27। तो यह दोनों ही मेरे को की हो गई एक्स दियाँ वैल्यूज़ आ गई, ठीक है। तो इस तरीके नाल हुण आपां क्वेश्चन नूं सॉल्व करिया करांगे। हुण अपने कोले बहुत सारियां पॉसिबिलिटीज़ बनदियां ने, उन्हां पॉसिबिलिटीज़ नूं विद द हैल्प ऑफ टेबल थोड़ा जिहा समझदे हां। किहड़ियां पॉसिबिलिटीज़ क्वाड्रेटिक इक्वेशन दे विच बनदियां ने। तो सब तो पहला तो तुहानूं एक इक्वेशन दित्ती हुई है, ठीक है। हुण इहदे विच अपने कोल अगे 2 केसिस बनदे ने। पहला केस तुहाडे कोल बनदा है कि जो तुहानूं इक्वेशन दित्ती है उसदे सारे जो कोफिशिएंट ने, ऑल कोफिशिएंट्स आर रियल। जिमें कि मैंने प्रीवियस एग्जाम्पल ली सी, इस एग्जाम्पल दे विच कुछ भी डाउट नहीं है, सारे दे सारे जो कोफिशिएंट्स ने वो मेरे को रियल ने, ठीक है। और सेकंड मेरे को की बनता है, सेकंड दे विच एट लीस्ट जो 1 कोफिशिएंट है वो मेरे को की हो सकता है इज इमेजनरी, ठीक है। एटलीस्ट का मतलब हो गया कि कम से कम एक इमेजनरी होएगा, मोर देन 1 इमेजनरी भी पॉसिबल हैगे ने, ठीक है। इमेजनरी नहीं लिखना, नॉन रियल लिख लो, मैनू नहीं लगता इन्हां च कोई भी फर्क हैगा, ठीक है। हुण इहदे लई मैं तुहानूं एक एग्जाम्पल दस दिंदी हां, थोड़ा जिहा डाउट होर क्लीयर हो जाऊगा कि किद्दां दी इक्वेशन बनूगी जी। हुण जिवें कि इहदे विच तां फर्स्ट दे विच तां एग्जाम्पल आपां यही लिख लैंदे हां, दैट इज़ जिवें कि फॉर एग्जाम्पल 27x² - 10x + 1। और ये किद्दां दी एग्जाम्पल बनती है, तुहाडे बुक दे विच दिता होया हैगा क्वेश्चन कि x² - 7 आयोटा x - 12। हुण इहदे विच मैं देख पा रही हाँ कि मेरे को मिनीमम एक इदां दा कंपलैक्स कोफिशिएंट पे है जो रियल नहीं हैगा, इमेजनरी है। तो 2 टाइप के क्वेश्चन अपने को बनते हैं, इनू आपां करांगे सॉल्व, टेंशन ना लो। पहले इनू डिटेल दे विच पढ़ लैंदे हैं क्योंकि ये ऑलरेडी आपां क्वेश्चन नू एग्जाम्पल दे नाल सॉल्व कर चुके हैं। तो सब तो पहले आप डिस्कस कर रहे हैं कि जेकर मेरे को सारे दे सारे कोफिशिएंट्स ने जिहड़े वो की ने रियल ने, तो किहड़ियां पॉसिबिलिटीज़ मेरे को बनदियां ने। तो ये एक चीज़ तो क्लीयर है कि रूट तो मेरे को 2 ही आएंगे, ठीक है। हुण वो दोनों रूट दे विच की हो सकते हैं, जां तां हो सकता है हुण जिवें मैंने सॉल्व किया सी कि हो सकता है मेरे को 2 रूट्स जिहड़े आए ने वो रियल भी होण, ठीक है। दोनों रूट्स मेरे को कोई ना कोई पर्टिकुलर वैल्यू आ जाए, लाइक 4 8, क्योंकि 10th क्लास के विच तां आपां करदे आए हैं ना, किन्नियां दे विच अपने को रियल रूट आते रहे हैं। हर बार जो भी कंपलैक्स आता सी आपां मना कर दिंदे सी, नो सोल्यूशन लिख दिंदे सी। तो रियल रूट तो अपने को बहुत सारे आते रहे हैं, कोई डाउट नहीं है, रियल रूट भी आ सकते हैं। बट इदां दे क्वेश्चन दे विच अपने को की बन रहा है, अपने को कंजुगेट रूट्स भी कंजुगेट कहेगी सॉरी कंपलैक्स रूट भी आ रहे हैं, मतलब कंपलैक्स नंबरस भी बन रहे हैं, है ना। तो मतलब 2 चीज़ां अपने को बन रही ने इत्थे कि जां तां तुहाडे कोल की होएगा, आइदर ऑल रूट्स की होणगे रियल होणगे, ठीक है। आइदर मेरे को की हो सकता है कि जिहड़े रूट्स ने ऑल रूट्स आर कंपलैक्स। बट हुण इस कंपलैक्स दे विच मैनूं एक ना सिमिलैरिटी जी नज़र आ रही है। तुसीं जदों भी रियल इक्वेशन नूं सॉल्व करोगे तो एक बहुत बेसिक जी चीज़ तुहानूं इत्थे एज एन एग्जाम्पल मैं दसूँगी कि इहदे विच अपने कोल की हो रहे हैं, 2 रूट्स तो आ रहे हैं और दोनों ही रूट्स की आ रहे हैं कंजुगेट पेयर दे विच आ रहे हैं। मतलब जेकर देखा जाए तो एक रूट का कंजुगेट करके मैंने दूसरा रूट मिल रहा। एक रूट मेरे को की है 5 + √2 आयोटा/27।
ਤੇ ਦੂਸਰਾ ਰੂਟ ਮੇਰੇ ਕੋਲ ਕੀ ਹੈ 5 ਮਾਈਨਸ ਰੂਟ 2 ਆਇਓਟਾ ਓਵਰ 27। ਤਾਂ ਜੇਕਰ ਤੁਹਾਡੇ ਕੋਲੇ ਰੀਅਲ ਕੋਫੀਸ਼ੀਐਂਟ ਨੇ ਸਾਰੇ ਦੇ ਸਾਰੇ, ਤਾਂ ਉਹਦੇ ਵਿੱਚ ਜੇਕਰ ਤੁਹਾਨੂੰ ਕੰਪਲੈਕਸ ਰੂਟ ਮਿਲ ਵੀ ਰਿਹਾ ਤਾਂ 100% ਸ਼ੋਰਟੀ ਹੈ ਕਿ ਉਹ ਤੁਹਾਡੇ ਕੋਲ ਕਿਹਦੇ ਵਿੱਚ ਮਿਲਣਗੇ ਜੀ, ਉਹ ਤੁਹਾਨੂੰ ਕੰਜੂਗੇਟ ਪੇਅਰ ਦੇ ਵਿੱਚ ਹੀ ਮਿਲਣਗੇ। ਦੈਟ ਇਜ਼ ਆਲਵੇਜ਼ ਇਨ ਕੰਜੂਗੇਟ ਪੇਅਰ, ਠੀਕ ਹੈ। ਡਿਫਰੈਂਟ ਨਹੀਂ ਹੋਣਗੇ, ਕੰਜੂਗੇਟ ਪੇਅਰ ਦੇ ਵਿੱਚ ਹੀ ਹੋਣਗੇ। ਤੁਸੀਂ ਕੋਈ ਵੀ ਇੱਕ ਐਗਜ਼ਾਮਪਲ ਲੈ ਕੇ ਚੈੱਕ ਕਰਕੇ ਦੇਖ ਸਕਦੇ ਹੋ, ਠੀਕ ਹੈ। ਔਰ ਜਦੋਂ ਵੀ ਕੰਜੂਗੇਟ ਪੇਅਰ ਦੀ ਗੱਲ ਕਰਦੇ ਹਾਂ, ਇਹ ਆਲਰੇਡੀ ਪ੍ਰੋਪਰਟੀ ਆਪਾਂ ਕਰ ਚੁੱਕੇ ਹਾਂ ਕਿ ਕੰਜੂਗੇਟ ਪੇਅਰਸ ਦਾ ਸਮ ਕਰੋ, ਕੰਜੂਗੇਟ ਪੇਅਰਸ ਦੀ ਮਲਟੀਪਲਾਈ ਕਰੋ, ਹਮੇਸ਼ਾ ਕੀ ਬਣੇਗਾ, ਰੀਅਲ ਹੀ ਬਣੇਗਾ, ਹੈ ਨਾ। ਚਲੋ ਇਹ ਤਾਂ ਸੀ ਰੀਅਲ ਪਾਰਟ ਬਾਰੇ। ਹੁਣ ਅਗਰ ਆਪਾਂ ਗੱਲ ਕਰਦੇ ਹਾਂ ਕਿ ਮੇਰੇ ਕੋਲ ਕੀ ਹੈ, ਸੈकेंड स्टेटमेंट है कि एट लीस्ट वन कोफिशिएंट, कि कम से कम एक कोफिशिएंट तो मेरे को की है नॉन रियल है ਜਾਂ ਇਮੇਜਨਰੀ ਹੈ, ਠੀਕ ਹੈ। ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ, ਇਸ ਕੇਸ ਦੇ ਵਿੱਚ ਤੁਸੀਂ ਇਸ ਚੀਜ਼ ਨੂੰ 100% ਮੰਨ ਕੇ ਚੱਲੋ ਜਾਂ 100% ਤੁਸੀਂ ਕੋਈ ਵੀ ਇੱਕ ਐਗਜ਼ਾਮਪਲ ਲੈ ਕੇ ਵੀ ਦੇਖ ਲਓ ਕਿ ਤੁਹਾਡੇ ਕੋਲ ਐਟਲੀਸਟ ਇੱਕ ਰੂਟ ਤਾਂ ਪੱਕਾ ਨॉन ਰੀਅਲ ਆਊਗਾ ਹੀ ਆਊਗਾ, ਠੀਕ ਹੈ ਜੀ। ਐਟਲੀਸਟ वन रूट विल बी नॉन रियल, ठीक है। कि दो आंसर ने, दो दे विचों एक रियल आंदा है, नहीं आंदा डजंट मैटर, दोनों रियल आंदे ने नहीं आंदे ने, कोई पता नहीं, पर एक तो यह 100% छोटिया हो सकता है तुहाडे कोल एक रूट कॉम्पलैक्स आ जाए, ठीक है, जां हो सकता है तुहाडे कोले दूसरे दोनों रूट की हो जान कॉम्पलैक्स हो जान, ठीक है, सॉरी नॉन रियल हो जान, ठीक है। हुण जिवें कि तुसीं इत्थे पिछे एग्जाम्पल लई सी, उहनूं भी तुसीं सॉल्व करके देख सकते हो। आपां इत्थे एग्जाम्पल नूं सॉल्व करके देख लैंदे आ। जिवें कि की सीगी अपने कोल एक्स स्क्वेयर माइनस 7 आयोटा एक्स माइनस 12 इक्वल टू 0। हुण जो इसनूं आपां सॉल्व करते हैं, पेयर बना लो जां डिस्क्रिमिनेट लगा लो, जो तुहानूं कंफर्टेबल लगदा वो लगा लो। आई थिंक सो इहदे पेयर आराम नाल बनदे पए ने 4 ते 12 4 एंड 3 7, है ना, तो कढ सकते हो, ठीक है। अगर तुसीं इदां नहीं करना तो डिस्क्रिमिनेट लगा के करना, तो वह भी तुहाडे लई ईजी होगा, ठीक है। तो किद्दां बन जाएगा बी स्क्वेयर माइनस 4ac। तो बी स्क्वेयर करते हैं जी, अपने कोल कितना आ जाता है माइनस 7 आयोटा का स्क्वेयर माइनस 4ac, दैट इज़ माइनस 12। चलो सॉल्व कर लेने। मेरे को कितना बन गया 49 आयोटा स्क्वेयर, मतलब माइनस 49 और प्लस 36। सॉल्व किया अगेन, मेरे को कितना बन गया 9 एंड 4। ओके, मैं लगता मैं कुछ गलती की है, सॉरी 48 आएगा जी, इत्थे बच्चों वाली गलती की है मैंने, बहुत अजीब जी, ठीक है। सॉल्व करके कितना आ गया -1 और आंसर आ गया ओनली आयोटा, मतलब डिस्क्रिमिनेट की वैल्यू आ गई। देखो फैक्टर के अकॉर्डिंग तो थोड़ी बुक च सॉल्व किया होया है ही है, तो मैंने सोचा इदा कर लवां। तो उस तो बाद आ गया मेरे को माइनस बी प्लस माइनस रूट लगाने की जरूरत नहीं सी, इत्थे आयोटा ही आ जाएगा, डिवाइड बाय 2 इंटू ए दैट इज़ 1, ठीक है। कितना आ गया मेरे को 7 आयोटा, रुको मैं कुछ गलती कर रही हूँ, माइनस बी प्लस माइनस डिस्क्रिमिनेंट नहीं ठीक है, 7 आयोटा प्लस आयोटा बाय 2 एंड 7 आयोटा माइनस आयोटा बाय 2। इतों मेरे को कितना आंसर आ गया 4 आयोटा, और इतों मेरे को कितना आंसर आ गया 3 आयोटा। इट मीनस टू से ये दोनों मेरे को की ने आंसर्स ने, और यू कैन ईजीली सी दैट कि दोनों आंसर्स मेरे को की ने नॉन रियल ने। तो वही गल इस प्रॉपर्टी के विच कीती गई सी कि मिनीमम एक तो नॉन रियल होएगा ही होएगा, दूजा हो भी सकता है नहीं भी हो सकता। वन मोर थिंग तुसीं इत्थे नोटिस कर रहे होंगे कि 2 आंसर मेरे को आ गए, दोनों ही कितने कितने नॉन रियल ने, जो कंपलैक्स तुसीं बोल सकते हो, ठीक है। बट ये जो नंबर्स ने, ये नंबर्स मेरे को कंजुगेट पेयर्स दे विच नहीं हैगे। तो एक होर इस दे विच चीज़ तुसीं एज अ नोट तुसीं नोट कर लो कि चाहे तुहाडे कोले किवें मर्जी आंसर्स आन, बट वो कंपलसरी नहीं हैगा कि वो तुहाडे कोल कंजुगेट पेयर दे विच ही आएंगे, और डिफरेंट नंबर्स भी आ सकते हैं, ठीक है। सो इदा की कोई भी रिस्ट्रिक्शन नहीं हैगी कि वह कंजुगेट पेयर दे विच ही आएंगे, जिवें कि तुसीं एग्जाम्पल दे विच देखिया इदा तो कुछ नहीं होया। और जो तुसीं इन्हां पेयर्स की सम कर रहे हो, ठीक है, मल्टीप्लाई कर रहे हो, तो तुहानूं पता ही है कि हुण जो कंजुगेट पेयर दे विच है ही नहीं, तो सम करो मल्टीप्लाई करो, ये तुहानूं इमेजनरी भी मिल सकता है, ये तुहानूं वो भी मिल सकता है, रियल भी मिल सकता है।
ਤਾਂ ਟੋਟਲੀ ਡਿਪੈਂਡ ਕਰਦਾ ਤੁਹਾਡੇ ਕੁਐਸਚਨ ਦੇ ਉੱਪਰ ਕਿ ਕਿਸ ਕਾਈਂਡ ਦਾ ਆਨਸਰ ਤੁਹਾਨੂੰ ਮਿਲ ਰਿਹਾ। ਕਲੀਅਰ ਹੈ ਜੀ? ਦੱਸੋ ਇਹ ਚੀਜ਼ਾਂ ਅਗਰ ਕਲੀਅਰ ਨੇ ਤਾਂ ਇੱਕ ਵਾਰੀ ਜ਼ਰੂਰ ਦੱਸ ਦਿਓ ਕਿ ਹਾਂਜੀ ਇਜ਼ ਐਵਰੀਥਿੰਗ ਕਲੀਅਰ। ਅਗਰ ਨਹੀਂ ਕਲੀਅਰ ਹੈਗੀਆਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਕਿਉਂਕਿ ਅੱਜ ਮੈਨੂੰ ਕਲਾਸ ਰਿਕਾਰਡ ਲਗਾਉਣੀ ਪਈ, ਮੈਂ ਥੋੜ੍ਹਾ ਲੇਟ ਸੀਗੀ, ਤਾਂ ਫਿਰ ਆਪਾਂ ਉਸ ਨੂੰ ਡਿਸਕਸ ਕਰ ਲਾਂਗੇ। ਠੀਕ ਹੈ, ਇਸ ਤੋਂ ਇਲਾਵਾ ਕੀ ਚੀਜ਼ਾਂ ਹੁਣ ਆਪਣੇ ਇੱਥੇ ਆ ਜਾਂਦੀਆਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਕੁਆਡਰੇਟਿਕ ਇਕੁਏਸ਼ਨ ਕਿਹੜੀ ਹੁੰਦੀ ਹੈ, ax² + bx + c। ਠੀਕ ਹੈ, ਆਪਾਂ ਨੂੰ ਕਹਿ ਦਿੰਦੇ ਨੇ ਕਿ ਸਮ ਆਫ ਰੂਟਸ ਫਾਈਂਡ ਕਰੋ ਜਾਂ ਪ੍ਰੋਡਕਟ ਆਫ ਰੂਟਸ ਫਾਈਂਡ ਕਰੋ ਜਾਂ ਕੁਝ ਵੀ ਕਰਕੇ ਨਾ, ਕੁਝ ਟਾਈਪ ਦੇ ਕੁਐਸਚਨਸ ਹੁੰਦੇ ਨੇ, ਉਹ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਗੀ ਜਦੋਂ ਆਪਾਂ MCQs ਕਰਾਂਗੇ, ਤਾਂ ਥੋੜ੍ਹਾ ਜਿਹਾ ਆਈਡੀਆ ਹੋ ਜਾਊਗਾ ਕਿ ਕਿਵੇਂ ਦੇ ਕੁਐਸਚਨ ਹੁੰਦੇ ਨੇ, ਹੈ ਨਾ। ਤਾਂ ਸਮ ਆਫ ਰੂਟਸ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ, ਵੈਸੇ ਤਾਂ ਮੋਸਟਲੀ ਪਤਾ ਹੋਊਗਾ, ਨਹੀਂ ਪਤਾ ਕੋਈ ਗੱਲ ਨਹੀਂ। ਸਮ ਆਫ ਰੂਟਸ ਹਮੇਸ਼ਾ ਆਪਣੇ ਕੋਲ -b/a ਦੇ ਇਕੁਅਲ ਹੁੰਦਾ ਐਂਡ ਪ੍ਰੋਡਕਟ ਆਫ ਰੂਟਸ ਮੇਰੇ ਕੋਲ ਹਮੇਸ਼ਾ ਹਮੇਸ਼ਾ ਮੇਰੇ ਕੋਲ c/a ਦੇ ਇਕੁਅਲ ਹੁੰਦਾ। ਇਟ ਮੀਨਸ ਟੂ ਸੇ ਕਿ ਕੋਫੀਸ਼ੀਐਂਟ, ਕਈ ਇੱਦਾਂ ਵੀ ਯਾਦ ਰੱਖ ਲੈਂਦੇ ਆ ਕਿ ਕੋਫੀਸ਼ੀਐਂਟ ਆਫ x ਡਿਵਾਈਡ ਬਾਈ ਕੋਫੀਸ਼ੀਐਂਟ ਆਫ x² ਔਰ ਨੈਗੇਟਿਵ। ਠੀਕ ਹੈ, ਔਰ ਸਿਮਿਲਰਲੀ ਕੌਨਸਟੈਂਟ ਡਿਵਾਈਡ ਬਾਈ ਕੋਫੀਸ਼ੀਐਂਟ ਆਫ x²। ਇਹ ਯਾਦ ਰੱਖਣ ਦਾ ਤਰੀਕਾ ਹੈ। ਠੀਕ ਹੈ, ਅਗਰ ਇਹਦੀ ਪਾਵਰ ਥੋੜੀ ਜਿਹੀ ਇਨਕਰੀਜ਼ ਹੋ ਜਾਂਦੀ ਹੈ ਮਤਲਬ ਮੈਨੂੰ ਇਹਨਾਂ ਨੇ ਦੇ ਦਿੱਤਾ ਕਿਊਬਿਕ ਇਕੁਏਸ਼ਨ ਦੇ ਦਿੱਤੀ, ਜਿਸ ਦੇ ਵਿੱਚ ਕੁਝ ਇਸ ਤਰੀਕੇ ਨਾਲ ਹੋਏਗਾ ਕਿਊਬ ਇਕੁਏਸ਼ਨ, ਹੈ ਨਾ। ਤਾਂ ਇਹਦੇ ਵਿੱਚ ਜੋ ਸਮ ਆਫ ਰੂਟਸ ਹੈ ਤਾਂ ਉਹ ਕਿੱਦਾਂ ਹੋਏਗਾ? ਸਮ ਆਫ ਰੂਟਸ ਜਿਹਨੂੰ ਆਪਾਂ ਬੋਲਦੇ ਨੇ ਅਲਫਾ + ਬੀਟਾ + ਗਾਮਾ। ਮੈਂ ਆਪਣੇ ਵੱਲੋਂ ਲੈਟ ਕਰ ਲੈਂਦੀ ਹਾਂ ਕਿ ਮੇਰੇ ਕੋਲ ਇਹ 3 ਰੂਟਸ ਨੇ, ਅਲਫਾ, ਬੀਟਾ ਐਂਡ ਗਾਮਾ। ਤਾਂ ਇਹ ਸਮ ਆਫ ਰੂਟਸ ਹਮੇਸ਼ਾ ਮੇਰੇ ਕੋਲ ਕਿਵੇਂ ਹੁੰਦਾ? ਦੈਟ ਇਜ਼ -b/a। ਠੀਕ ਹੈ, ਜਿਵੇਂ ਕਿ ਆਪਾਂ ਨੇ ਪਹਿਲਾਂ ਪੜ੍ਹਿਆ ਸੀ। ਔਰ ਪ੍ਰੋਡਕਟ ਆਫ ਰੂਟਸ ਦੀ ਗੱਲ ਕਰੀ ਤਾਂ ਇੱਥੇ ਪ੍ਰੋਡਕਟ ਤੁਹਾਨੂੰ ਕਈ ਟਾਈਪਸ ਦੀ ਮਿਲ ਜੂਗੀ। ਠੀਕ ਹੈ, ਪ੍ਰੋਡਕਟ ਆਫ ਰੂਟਸ ਕਿੱਦਾਂ ਮਿਲ ਜੇਗੀ? ਹੋ ਸਕਦਾ ਮੈਂ ਤਿੰਨੋਂ ਰੂਟਸ ਦੀ ਪ੍ਰੋਡਕਟ ਕਰਾਂ ਤਾਂ ਉਹ ਮੇਰੇ ਕੋਲ ਕਿੱਦਾਂ ਆਏਗਾ? d/a। ਠੀਕ ਹੈ, ਯਾਦ ਹੀ ਰੱਖਣੇ ਪੈਣਗੇ। ਜਾਂ ਹੋ ਸਕਦਾ ਮੈਂ 2 ਦੇ ਪੇਅਰ ਬਣਾ ਕੇ ਕਰਾਂ ਕਿ ਪਹਿਲੇ 2 ਦੀ, ਫਿਰ ਅਗਲੇ 2 ਦੀ, ਫਿਰ ਫਸਟ ਔਰ ਲਾਸਟ ਦੀ। ਤਾਂ ਇਹ ਹਮੇਸ਼ਾ ਮੇਰੇ ਕੋਲ ਹੁੰਦਾ ਜੀ c/a ਦੇ ਇਕੁਅਲ। ਇਹ ਤੁਹਾਨੂੰ ਯਾਦ ਰੱਖਣੇ ਪੈਣਗੇ। ਠੀਕ ਹੈ, ਇਹਦੇ ਨਾਲ ਤੁਸੀਂ ਕੁਐਸਚਨਸ ਨੂੰ ਕਰੋਗੇ। ਕਈ ਵਾਰੀ ਕਹਿ ਦਿੰਦੇ ਆ ਕਿ ਫਾਈਂਡ ਕਰੋ, ਹੁਣ ਜਿਵੇਂ ਕਿ ਐਗਜ਼ਾਮਪਲ ਮੈਂ ਦੇਖਦੀ ਹਾਂ, ਅਗਰ ਮੇਰੇ ਨਜ਼ਰ ਦੇ ਵਿੱਚ ਕੋਈ ਦਿਖ ਰਹੀ ਹੈ ਤਾਂ ਹਾਂਜੀ, ਜਸਟ ਵੇਟ। ਹਾਂਜੀ, ਐਗਜ਼ਾਮਪਲ ਮੈਨੂੰ ਮਿਲੀ ਨਹੀਂ, ਚਲੋ ਕੋਈ ਨਹੀਂ, ਆਪਾਂ ਕਰਾਂਗੇ। ਠੀਕ ਹੈ, MCQs ਦੇ ਵਿੱਚ ਤਾਂ ਉੱਥੇ ਤੁਹਾਨੂੰ ਆਈਡੀਆ ਹੋ ਜਾਊਗਾ। ਅਗਰ ਤੁਹਾਨੂੰ ਕੁਐਸਚਨ ਦੇ ਵਿੱਚ ਦੇ ਦਿੱਤਾ ਗਿਆ ਕਿ ਸਮ ਆਫ ਰੂਟਸ ਤੁਹਾਨੂੰ ਦਿੱਤੇ ਹੋਏ ਨੇ, ਸਮ ਆਫ ਰੂਟਸ ਤੁਹਾਨੂੰ ਦੇ ਦਿੱਤਾ ਗਿਆ ਫॉर ਐਗਜ਼ਾਮਪਲ S, ਔਰ ਪ੍ਰੋਡਕਟ ਆਫ ਰੂਟਸ ਵੀ ਤੁਹਾਨੂੰ ਦੇ ਦਿੱਤੀ ਗਈ ਫॉर ਐਗਜ਼ਾਮਪਲ P, ਔਰ ਤੁਹਾਨੂੰ ਪੁੱਛ ਲਿਆ ਗਿਆ ਵੀ ਦੱਸੋ ਕਿ ਇਕੁਏਸ਼ਨ ਆਪਣੇ ਕੋਲ ਕੀ ਬਣੇਗੀ। ਦੈਨ ਇਨ ਦਿਸ ਕੇਸ ਆਪਣੇ ਕੋਲ ਹਮੇਸ਼ਾ ਇਕੁਏਸ਼ਨ ਹੁੰਦੀ ਹੈ x² ਮਾਈਨਸ ਜਿੰਨਾ ਸਮ ਹੈ ਇਨਟੂ x ਔਰ ਪਲੱਸ ਜਿੰਨੀ ਪ੍ਰੋਡਕਟ ਹੈ। ਇਹ ਆਪਣੇ ਕੋਲ ਹੁੰਦੀ ਹੈ ਜੀ ਇਕੁਏਸ਼ਨ ਜਦੋਂ ਤੁਹਾਨੂੰ ਸਮ ਔਰ ਪ੍ਰੋਡਕਟ ਗਿਵਨ ਨੇ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਸਮ ਔਰ ਪ੍ਰੋਡਕਟ ਫਾਈਂਡ ਕਰ ਸਕਦੇ ਹੋ ਆਪਣੇ ਰੂਟਸ ਦਾ, ਤਾਂ ਉਸ ਕੇਸ ਦੇ ਵਿੱਚ ਤੁਸੀਂ ਇੱਦਾਂ ਇਕੁਏਸ਼ਨ ਬਣਾਉਂਦੇ ਹੋ। ਠੀਕ ਹੈ, ਇਹ ਸੀਗਾ ਆਪਣਾ ਟੌਪਿਕ ਜਿਹਦੇ ਵਿੱਚ ਆਪਾਂ ਨੇ ਕੁਆਡਰੇਟਿਕ ਇਕੁਏਸ਼ਨ ਨੂੰ ਪੜ੍ਹਿਆ। ਕੁਆਡਰੇਟਿਕ ਇਕੁਏਸ਼ਨ ਹੋ ਗਈ ਜਾਂ ਜਨਰਲ ਸੋਲੂਸ਼ਨ ਹੋ ਗਿਆ ਕੁਆਡਰੇਟਿਕ ਇਕੁਏਸ਼ਨ ਦਾ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਟ੍ਰਾਂਸਡੈਂਟਲ ਫੰਕਸ਼ਨਸ ਦੀ। ਟ੍ਰਾਂਸਡੈਂਟਲ ਫੰਕਸ਼ਨਸ ਕਿਹੜੇ ਹੁੰਦੇ ਨੇ? ਟ੍ਰਾਂਸਡੈਂਟਲ ਫੰਕਸ਼ਨ ਕਿਸੇ ਨੂੰ ਹੈ ਨੌਲੇਜ ਤਾਂ ਜਲਦੀ ਕੰਪਲੈਕਸ ਨੰਬਰ ਕਹੇਗੀ। ਚੈਟ ਬਾਕਸ ਦੇ ਵਿੱਚ ਜੇਕਰ ਤੁਸੀਂ ਲਿਖ ਪਾ ਰਹੇ ਹੋ ਆਪਣੇ ਕਮੈਂਟਸ ਤਾਂ ਲਿਖ ਦਿਓ, ਹੈ ਨਾ, ਕਿ ਆਪਣੇ ਕੋਲ ਜੋ ਟ੍ਰਾਂਸਡੈਂਟਲ ਫੰਕਸ਼ਨਸ ਨੇ ਉਹ ਕਿਹੜੇ ਹੁੰਦੇ ਨੇ। ਇਹਨੇ ਆਪਾਂ ਇੱਥੇ ਡਿਸਕਸ ਕਰਦੇ ਹਾਂ। ਠੀਕ ਹੈ, ਹਾਂਜੀ, ਫੰਕਸ਼ਨਸ ਉਹ ਫੰਕਸ਼ਨਸ ਜੋ ਕਿ ਇਨਵੋਲਵ ਹੁੰਦੇ ਨੇ ਕਿਹਦੇ ਨਾਲ? ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਨਾਲ। ਠੀਕ ਹੈ, ਜਾਂ ਫਿਰ ਲੌਗ ਫੰਕਸ਼ਨਸ ਦੇ ਨਾਲ, ਜਾਂ ਫਿਰ ਐਕਸਪੋਨੈਂਟ ਮਤਲਬ e ਦੀ ਪਾਵਰ ਫੰਕਸ਼ਨਸ ਦੇ ਨਾਲ, ਜੋ ਕੋਈ ਵੀ ਇੱਦਾਂ ਦਾ ਫੰਕਸ਼ਨ ਜੋ ਕਿਤੇ ਨਾ ਕਿਤੇ ਉਹਨੂੰ ਥੋੜ੍ਹਾ ਜਿਹਾ ਡਿਫਰੈਂਟ ਬਣਾਉਂਦਾ। ਹੁਣ ਮੈਂ ਤੁਹਾਨੂੰ ਇੱਕ ਫੰਕਸ਼ਨ ਲਿਖ ਕੇ ਦੇ ਰਹੀ ਹਾਂ x² + 4 = 0, ਔਰ ਇੱਕ ਸਾਈਡ 'ਤੇ ਮੈਂ ਫੰਕਸ਼ਨ ਲਿਖ ਰਹੀ ਹਾਂ cos x + log
y इज इक्वल टू 0। तो ये तो होगी जी अपने को क्वाड्रेटिक इक्वेशन, और ये अपने को हो गया ट्रांसडेंटल फंक्शन। वो फंक्शन सिंपल वर्ड्स दे विच जो किते ना किते जिन्हां विच कोई भी ट्रिग्नोमैट्रिक साइन लोग अगर आप कहिए कि ई दी पावर इदा दे कोई भी जो फंक्शनस ने वो आते हैं, वो अपने को किहड़े हुंदे ने जो ट्रांसडेंटल फंक्शनस हुंदे ने। ठीक है, फॉर एग्जाम्पल अगर मैं तुहानूं कह रही हाँ फंक्शन इज इक्वल टू ई दी पावर साइन एक्स, ई दी पावर साइन एक्स प्लस 2 इज इक्वल टू 0, तो ये फंक्शन मेरे को की है ट्रांसडेंटल फंक्शन है। ठीक है, और ये मेरे को ट्रांसडेंटल फंक्शन ना होके की है क्वाड्रेटिक इक्वेशन है। समझ रहे हो तुसी? आई होप ये चीज़ क्लीयर हो गई कि ट्रांसडेंटल फंक्शंस की होंगे ने, वेरी ईजी टू अंडरस्टैंड। ठीक है, सब तो पहली गल आप इत्थे दो ट्रांसडेंटल फंक्शंस नूं पढ़ांगे। पहला आप पढ़ते हैं एक्सपोनेंशियल। एक्सपोनेंशियल दे विच की हुंदा है, पूरा लिख देनी है, चलो मैं एक्सपोनेंशियल। एक्सपोनेंशियल फंक्शन ने जिहड़े उसदे विच आपां पढ़ांगे ई दी पावर की गल करांगे, क्योंकि एक्सपोनेंशियल फंक्शन हुंदा ही की है ई दी पावर एक्स ही नूं ही आपां एक्सपोनेंशियल फंक्शन बोलते हैं इन डिटेल। हुण इहदे विच अगर आपां नूं जनरली पता होवे कि ई दी पावर एक्स खुलदी किवें है, क्योंकि यह ना आपां नूं पता होनी चाहिए है। ई दी पावर एक्स नूं आपां इन प्रॉपर फॉर्मैट किद्दां लिख सकते हैं, जां इसकी जो पॉलीनोमियल है वो किवें खुलदी है, ये आपां नूं पता होनी चाहिए है, सब दी पता होनी चाहिए है। कोस साइन सारियां करांगे, जिमें जिमें आप फंक्शनस नूं करांगे उवें उवें आप सारियां करांगे, नोट करके रख लियो। ठीक है, तो ये अपने को हमेशा हुंदी है। फर्स्ट होएगा 1, एक्स दे डिवाइड दे विच 1 दा फैक्टोरियल, एक्स स्क्वेयर दे डिवाइड दे विच 2 फैक्टोरियल, एक्स क्यूब दी डिवाइड दे विच 3 फैक्टोरियल, x4 दी डिवाइड दे विच 4 फैक्टोरियल एंड अप टू सो ऑन इनफिनिटी तक यह लगातार चलती रहती है। इस तरीके नाल अपनी एक्सपोनेंशियल फंक्शन खुलता है, जिसनों सारे नूं कंबाइन करके आप ई दी पावर एक्स दे नाल रिप्रजेंट कर देने। क्योंकि हुण आप पढ़ रहे हैं एक्सपोनेंशियल फंक्शन किवें हुंदा है कॉम्पलैक्स दे फॉर्मेट दे विच, तो अपने कोल की होएगा जी ई दी पावर जेड होगा। ई दी पावर जेड अपने कोल किवें ओपन हुंदा है, ई दी पावर जेड अपने कोल हुंदा है ई दी पावर एक्स प्लस आयोटा वाई लिख सकते हैं, और ई दी पावर एक्स प्लस आयोटा वाई नूं लिख सकते हैं ई दी पावर एक्स इंटू ई दी पावर आयोटा वाई। आई होप ये सारा कुछ क्लीयर होगा। और ये तो बाद आपां ईलर्स फंक्शन की प्रॉपर्टी लगा के लिख सकते हैं सिस थीटा, जिसका मतलब हो गया कोस वाई प्लस आयोटा साइन वाई। तो कुल मिला के आप कह पा रहे हैं, आप ये कह पा रहे हैं कि जो ई दी पावर जेड है मतलब ई दी पावर कॉम्पलैक्स नंबर है, और मेरे को ई दी पावर कोस वाई प्लस आयोटा इंटू ई दी पावर साइन वाई इस तरीके नाल ओपन हुंदा है। आई होप ये चीज़ क्लीयर है, ये कोई भी डाउट नहीं है, बिल्कुल क्लीयर करने की कोशिश की है मैं। नैक्सट पॉइंट इज़ हुण तुहानूं कह दें चलो ठीक है कॉम्पलैक्स नंबर दिता होया है, इस कॉम्पलैक्स नंबर का जी मोड कड्डो। हुण मोड कड्ढना की औखा है, मोड कड्ढना तो सब नूं आंदा है। आपां नूं पता है कि जो मॉडुलस कड्ढना है तो जो रियल पार्ट है उसका स्क्वेयर कर दो, और जो इमेजनरी पार्ट है उसका स्क्वेयर कर दो, आंदा जी सानू। ठीक है, तो हुण जो इसनूं थोड़ा बहुत आप सोल्व कर रहे हैं, मैं एक चीज़ देख पा रही हाँ, मेरे को ई दी पावर 2x मतलब स्क्वेयर लिख लो, कोस स्क्वेयर वाई बन गया, ई दी पावर 2x साइन स्क्वेयर वाई बन गया, और ई दी पावर 2x आप कढ़ लैने कॉमन, ਜਾਂ ई दी पावर x का स्क्वेयर लिख लैने थोड़ा जा ईजी हो जाऊगा, दैट इज़ कोस स्क्वेयर प्लस साइन स्क्वेयर। और साइन स्क्वेयर प्लस कोस स्क्वेयर किहदे इक्वल हुंदा है 1 दे, और ये चीज़ बाहर आके की बन गई ई दी पावर x बन गई। तो इट मीनस जेकर तुहानूं मॉडुलस कड्ढण लई कह देन किस दा ई दी पावर कॉम्पलैक्स नंबर दा, तो कुछ करन दी लोड़ नहीं, इन्नी मेहनत तुसीं नहीं करनी, तुसीं सिर्फ ते सिर्फ उस दे विच ई दी पावर x नूं लिख देना, वही तुहाडा आंसर आ जाऊगा। द मॉडुलस ऑफ द ई दी पावर कॉम्पलैक्स नंबर इज इक्वल टू ई दी पावर x। ठीक है, क्लीयर है। चलो इस तो बाद आप डिस्कस करते हैं हुण जेकर आपां ने ई दी पावर जेड नूं डिस्कस किया, सॉरी मॉडुलस नूं डिस्कस किया, तो आर्ग्यूमेंट नूं क्यों नहीं डिस्कस करांगे। तो आर्ग्यूमेंट ऑफ ई दी पावर जेड की हुंदा है, अगेन वी विल राइट अगेन कि कॉम्पलैक्स नंबर इनू अपने कोल हुंदा की है ई दी पावर एक्स कोस वाई प्लस आयोटा इंटू ई दी पावर एक्स साइन वाई, ये हुंदा जी अपने कोल। तो इस दे विच आर्ग्यूमेंट की है, आर्ग्यूमेंट हमेशा अपने कोल हुंदा है टैन इनवर्स वाई दी वैल्यू, मतलब एक तरीके नाल जो इमेजनरी पार्ट है मतलब वो अपने को की आ जाऊगा ई दी पावर एक्स साइन वाई और ई दी पावर एक्स कोस वाई, यही हुंदा ना। ध्यान नाल याद करो अपने को की हुंदा टैन इनवर्स वाई ओवर एक्स, है ना। तो उस फॉर्मैट नूं ही इत्थे यूज़ किया है।
ਤਾਂ ਇਹਦੇ ਨਾਲ e ਦੀ ਪਾਵਰ x ਨਾਲ e ਦੀ ਪਾਵਰ x ਗਿਆ, ਮੇਰੇ ਕੋਲ ਕਿੰਨਾ ਆ ਗਿਆ tan ਇਨਵਰਸ tan y। ਤਾਂ ਸੋਲਵ ਕਰਕੇ ਰਾ ਕੇ ਕਿੰਨਾ ਆ ਗਿਆ y। ਸੋ ਅਗੇਨ ਤੁਹਾਨੂੰ ਆਰਗੂਮੈਂਟ ਆਫ e ਦੀ ਪਾਵਰ z ਪੁੱਛ ਲੈਣ, ਤੁਹਾਨੂੰ ਇਹ ਮਿਹਨਤ ਕਰਨੀ ਹੀ ਨਹੀਂ ਹੈ, ਤੁਸੀਂ ਸਿਰਫ ਤੇ ਸਿਰਫ ਜੋ y ਦੀ ਵੈਲਿਊ ਹੈ ਉਹ ਲਿਖ ਦਿਓ, ਤੁਹਾਡੇ ਕੋਲ ਕੀ ਹੋ ਜਾਏਗਾ e ਦੀ ਪਾਵਰ e ਦੀ ਪਾਵਰ z ਦਾ ਜੋ ਆਰਗੂਮੈਂਟ ਹੈ ਉਹ ਆ ਜਾਏਗਾ। ਠੀਕ ਹੈ ਜੀ, ਕਲੀਅਰ ਹੈ। ਨੈਕਸਟ ਚਲੀਏ ਥੋੜਾ ਜਿਹਾ, ਹੁਣ ਨੈਕਸਟ ਚੱਲਦੇ ਹਾਂ e ਦੀ ਪਾਵਰ -z ਨੂੰ ਵੀ ਡਿਸਕਸ ਕਰ ਲੈਂਦੇ ਹਾਂ ਕਿ ਅਗਰ ਕੰਪਲੈਕਸ ਨੰਬਰ ਦੇਤਾ ਬਟ ਕੰਪਲੈਕਸ ਨੰਬਰ ਦੀ ਪਾਵਰ ਮੂਰੇ ਮਾਈਨਸ ਲੱਗਿਆ ਹੋਇਆ, ਤਾਂ ਇਟ ਮੀਨਸ ਆਪਣੇ ਕੋਲ ਕੀ ਹੋ ਗਿਆ e ਦੀ ਪਾਵਰ -x plus iota y, ਇਨ ਸੈਕਿੰਡ ਵਰਡਸ -x iota y, ਹੈ ਨਾ। ਤਾਂ ਹੁਣ ਜਦੋਂ ਇਸ ਨੂੰ ਥੋੜਾ ਬਹੁਤਾ ਹੋਰ ਐਕਸਟੈਂਡ ਕਰਦੇ ਹਾਂ, ਖੋਲ ਕੇ ਲਿਖਦੇ ਹਾਂ ਜਾਂ ਸੋਲਵ ਕਰਦੇ ਹਾਂ, ਤਾਂ ਆਪਣੇ ਕੋਲ ਕੀ ਬਣ ਜਾਂਦਾ ਹੈ, ਆਪਣੇ ਕੋਲ ਬਣ ਜਾਂਦਾ ਹੈ e ਦੀ ਪਾਵਰ -x cos -y plus iota sin -y, then e ਦੀ ਪਾਵਰ -x cos -y ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਟ ਇਜ਼ ਅ ਈਵਨ ਫੰਕਸ਼ਨ, ਬਟ ਇਹਦੇ ਵਿੱਚ ਮੂਰੇ ਮਾਈਨਸ ਆ ਜਾਏਗਾ। ਤਾਂ ਜਦੋਂ ਵੀ ਪਾਵਰ ਨੈਗੇਟਿਵ ਹੈ ਜਾਂ ਇਨ ਸਿੰਪਲ ਵਰਡਸ ਵੀ ਕੈਨ ਸੇ ਦੈਟ ਕਿ ਕੰਜੂਗੇਟ ਹੈ ਨਾ, ਤਾਂ ਉਸ ਫੋਰਮੈਟ ਦੇ ਵਿੱਚ ਤੁਹਾਡੇ ਕੋਲ ਕੀ ਹੋ ਜਾਏਗਾ, ਇਹ ਸੋਲੂਸ਼ਨ ਆਏਗਾ। ਕਲੀਅਰ ਹੈ ਜੀ। ਹੁਣ ਕੋਈ ਵੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੇ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿ ਦਿੱਤਾ ਕਿ ਇੱਥੇ ਨਾ ਮੇਰੇ ਕੋਲ ਇਹ ਵਾਲਾ ਇੱਕ ਕੰਪਲੈਕਸ ਨੰਬਰ ਹੈ, ਮੈਨੂੰ ਜਲਦੀ ਜਲਦੀ ਦੱਸੋ ਇਸ ਦੇ ਵਿੱਚ ਇਹ ਵਾਲੇ ਜੋ ਕੰਪਲੈਕਸ ਨੰਬਰ ਦਾ ਮੋਡੂਲਸ ਕੀ ਹੈ। ਠੀਕ ਹੈ, ਮੋਡੂਲਸ ਕੀ ਹੈ ਔਰ ਇਸ ਦਾ ਆਰਗੂਮੈਂਟ ਕੀ ਹੈ। ਠੀਕ ਹੈ ਜੀ, ਮੋਡੂਲਸ ਕੀ ਹੈ ਔਰ ਇਸ ਦਾ ਆਰਗੂਮੈਂਟ ਕੀ ਹੈ। ਤਾਂ ਦੋਨੋਂ ਹੀ ਚੀਜ਼ਾਂ ਤੁਸੀਂ ਬੜੀ ਈਜ਼ੀਲੀ ਫਾਈਂਡ ਕਰ ਸਕਦੇ ਹੋ, ਕੋਈ ਵੀ ਇਹਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਨਹੀਂ। ਜਸਟ ਵੇਟ। ਠੀਕ ਹੈ, ਆਰਗੂਮੈਂਟ ਲਈ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਾ ਪਏਗਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਤੁਹਾਡੇ ਕੋਲ ਐਂਗਲ ਨਹੀਂ ਬਣੂਗਾ, ਟੈਨ ਇਨਵਰਸ ਦੀ ਫਾਰਮ ਦੇ ਵਿੱਚ ਹੀ ਰਹਿ ਜਾਊਗਾ। ਠੀਕ ਹੈ, ਔਰ ਮੋਡੂਲਸ ਦੇ ਵਿੱਚ ਤੁਸੀਂ ਚਲੋ ਇਹਦਾ ਆਰਗੂਮੈਂਟ ਨਾ ਕਰੋ, ਕਨਫਿਊਜ਼ ਹੋ ਜਾਓਗੇ। ਠੀਕ ਹੈ, ਔਰ ਮੋਡੂਲਸ ਜਦੋਂ ਇਸ ਦਾ ਵਿੱਚ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਆਂਸਰ ਆ ਜਾਏਗਾ, ਕੁਝ ਕਰਨ ਦੀ ਲੋੜ ਨਹੀਂ, ਬਸ e ਦੀ ਪਾਵਰ x ਆ ਜਾਊਗਾ ਔਰ e ਦੀ ਪਾਵਰ x ਮੇਰੇ ਕੋਲ ਕਿੰਨਾ ਹੈ -4। ਠੀਕ ਹੈ, ਔਰ ਚਲੋ ਆਰਗੂਮੈਂਟ ਵੀ ਜੇਕਰ ਤੁਸੀਂ ਕਰਦੇ ਹੋ ਤਾਂ ਆਰਗੂਮੈਂਟ ਮੇਰੇ ਕੋਲ ਕੀ ਹੁੰਦੀ ਹੈ ਜੀ, ਆਰਗੂਮੈਂਟ ਮੇਰੇ ਕੋਲ y ਦੀ ਵੈਲਿਊ ਹੁੰਦੀ ਹੈ। ਠੀਕ ਹੈ, ਔਰ ਆਰਗੂਮੈਂਟ ਮੇਰੇ ਕੋਲ y ਦੀ ਵੈਲਿਊ ਨਹੀਂ ਕਰਨ ਦੀ ਜ਼ਰੂਰਤ, tan ਥੀਟਾ ਵਗੈਰਾ y ਦੀ ਵੈਲਿਊ ਹੁੰਦੀ ਹੈ ਔਰ y ਦੀ ਵੈਲਿਊ ਮੇਰੇ ਕੋਲ ਕਿੰਨੀ ਹੈ 3, ਤਾਂ ਇੱਥੋਂ ਮੇਰੇ ਕੋਲ ਕੀ ਆਂਸਰ ਆ ਜਾਏਗਾ 3 ਆ ਜਾਏਗਾ। ਹਾਊ ਈਜ਼ੀ ਟੂ ਫਾਈਂਡ ਦ ਮੋਡੂਲਸ ਐਂਡ ਦ ਆਰਗੂਮੈਂਟ ਬੋਥ, ਹੈ ਨਾ। ਕਲੀਅਰ ਹੈ। ਚਲੋ ਨੈਕਸਟ ਅਗਰ ਆਪਾਂ ਗੱਲ ਕਰੀਏ, ਇੱਕ ਛੋਟਾ ਜਿਹਾ ਬਹੁਤ ਜ਼ਿਆਦਾ ਇੰਪੋਰਟੈਂਟ ਜਿਹਾ ਨੋਟ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਕੋਲ e ਦੀ ਪਾਵਰ z ਹਮੇਸ਼ਾ ਹੀ ਇੱਕ ਪੀਰੀਓਡਿਕ ਟੇਬਲ ਹੁੰਦਾ, ਪੀਰੀਓਡਿਕ ਫੰਕਸ਼ਨ ਹੁੰਦਾ। ਇਟ ਇਜ਼ ਅ ਪੀਰੀਓਡਿਕ ਫੰਕਸ਼ਨ। ਨਾਓ ਦ ਕੁਐਸਚਨ ਇਜ਼ ਕਿ ਇਹਦਾ ਪੀਰੀਅਡ ਹੈ ਕਿੰਨਾ, ਤਾਂ ਇਸ ਦਾ ਪੀਰੀਅਡ ਹੁੰਦਾ ਹੈ ਜੀ 2π ਆਇਓਟਾ। ਠੀਕ ਹੈ, ਇਸ ਦਾ ਪੀਰੀਅਡ ਕਿੰਨਾ ਹੋਏਗਾ 2π ਆਇਓਟਾ। ਹੁਣ ਤੁਸੀਂ ਸੋਚੋਗੇ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਸ ਦਾ ਪੀਰੀਅਡ 2π ਆਇਓਟਾ ਹੈ। ਠੀਕ ਹੈ, ਜੇ ਅਸੀਂ ਉੱਥੇ ਜਾ ਕੇ ਉਲਝ ਗਏ ਤਾਂ ਕੀ ਕਰੀਏ। ਤੇ ਪੀਰੀਅਡ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਸ ਨੂੰ ਜੇਕਰ ਤੁਸੀਂ ਅਪਲਾਈ ਕਰਦੇ ਹੋ ਤਾਂ ਵਾਪਸ ਤੁਹਾਡੇ ਕੋਲ ਉਹੀ ਆਂਸਰ ਆ ਜਾਂਦਾ ਹੈ। ਜਿਵੇਂ ਕਿ ਆਇਓਟਾ ਦਾ ਪੀਰੀਅਡ ਕਿੰਨਾ ਹੈ 4, ਤਾਂ 4 ਤੋਂ ਬਾਅਦ ਜਦੋਂ ਵੀ ਤੁਸੀਂ ਪਾਵਰ 5 ਕਰੋਗੇ 6 ਕਰੋਗੇ ਤਾਂ ਤੁਹਾਡੇ ਕੋਲ ਆਂਸਰਸ ਰਿਪੀਟ ਹੋਣੇ ਸ਼ੁਰੂ ਹੋ ਜਾਣਗੇ। ਓਮੇਗਾ ਦੇ ਵਿੱਚ ਤੁਸੀਂ 3 ਤੋਂ ਬਾਅਦ ਪਾਵਰਸ ਕਰੋਗੇ ਤਾਂ ਆਂਸਰਸ ਰਿਪੀਟ ਹੋਣੇ ਸ਼ੁਰੂ ਹੋ ਜਾਣਗੇ। ਸਿਮਿਲਰਲੀ e ਦੀ ਪਾਵਰ z ਦੇ ਵਿੱਚ ਵੀ ਇਹੀ ਕੰਪਲੈਕਸ ਹੈ। ਹੁਣ ਕਿਵੇਂ ਕਰਾਂਗੇ ਇਸ ਨੂੰ ਫਾਈਂਡ ਆਪਾਂ, ਜੇਕਰ ਆਪਣੇ ਕੋਲ e ਦੀ ਪਾਵਰ z ਦੇ ਵਿੱਚ ਆਪਾਂ ਇਹ ਵਾਲਾ ਐਂਗਲ ਐਡ ਕਰ ਦਈਏ, ਮਤਲਬ ਪਾਵਰ ਦੇ ਵਿੱਚ ਇਸ ਨੂੰ ਰਿਪੀਟ ਕਰਨਾ ਸ਼ੁਰੂ ਕਰ ਦਈਏ, ਤੇ ਜੇਕਰ ਆਪਣੇ ਕੋਲ ਸੋਲਵ ਕਰਾ ਕੇ ਵਾਪਸ ਉਹੀ ਆਂਸਰ ਆ ਜਾਂਦਾ ਹੈ ਤਾਂ ਆਈ ਥਿੰਕ ਸੋ ਆਪਣਾ ਆਂਸਰ ਕੀ ਹੋਊਗਾ ਫਿਰ, ਮਤਲਬ ਇਸ ਦਾ ਕੀ ਹੋਏਗਾ ਪੀਰੀਅਡ ਹੋਏਗਾ, ਹੈ ਨਾ। ਤਾਂ ਚਲੋ ਇਸ ਨੂੰ ਸੋਲਵ ਕਰ ਲੈਂਦੇ ਹਾਂ। e ਦੀ ਪਾਵਰ x plus iota y, ਠੀਕ ਹੈ, ਪਲੱਸ ਮੇਰੇ ਕੋਲ ਕਿੰਨਾ ਆ ਗਿਆ 2π ਆਇਓਟਾ। ਤਾਂ ਇੱਕ ਚੀਜ਼ ਤਾਂ ਮੈਨੂੰ ਸਮਝ ਆ ਗਈ ਕਿ e ਦੀ ਪਾਵਰ x ਜਿਹਦੇ ਵਿੱਚੋਂ ਮੈਂ ਆਇਓਟਾ ਨੂੰ ਕਾਮਨ ਕੱਢ ਲਿਆ, ਇਹ ਸਾਰਾ ਮੇਰੇ ਕੋਲ ਇਮੇਜਨਰੀ ਪਾਰਟ ਹੈ। ਅਪਲਾਈ ਕਰ ਲੈਂਦੇ ਹਾਂ। e ਦੀ ਪਾਵਰ x ਕੋਸ ਜੋ ਵੀ ਆਪਣੇ ਕੋਲ ਹੈ ਦੈਟ ਇਜ਼ 2π plus y और plus iota into sin 2π plus y। ਔਰ ਇਹ ਚੀਜ਼ ਆਲਰੇਡੀ ਸਭ ਨੂੰ ਕਲੀਅਰ ਹੈ ਕਿ 2π ਦਾ ਜੇ ਕਿਸੇ ਨੂੰ ਚੇਂਜ ਹੀ ਨਹੀਂ ਕਰਦਾ, 2π ਨਾਲ ਤਾਂ ਆਪਣੇ ਕੋਲ ਵਾਪਸ ਉਹੀ ਸਾਰਾ ਕੁਝ ਆ ਜਾਊਗਾ। ਤਾਂ 2π ਨਾਲ ਜੇਕਰ ਆਪਣੇ ਕੋਲ ਵਾਪਸ ਉਹੀ ਕੁਝ ਆ ਰਿਹਾ ਤਾਂ ਆਈ ਥਿੰਕ ਸੋ ਸੇਮ ਹੀ ਆ ਗਿਆ। ਨਾਓ ਯੂ ਕੈਨ ਈਜ਼ੀਲੀ ਅੰਡਰਸਟੈਂਡ ਕਿ ਮੇਰੇ ਕੋਲ ਜਦੋਂ ਮੈंने e ਦੀ ਪਾਵਰ ਦੇ ਵਿੱਚ 2π ਆਇਓਟਾ ਕੀਤਾ ਤਾਂ ਵਾਪਸ ਮੇਰੇ ਕੋਲ ਉਹੀ ਕੰਪਲੈਕਸ ਨੰਬਰ ਆ ਗਿਆ ਜੋ ਮੇਰੇ ਕੋਲ ਸੀਗਾ e ਦੀ ਪਾਵਰ z। ਕਲੀਅਰ ਹੈ।
ठीक है जी। ई दी पावर एक्स प्लस आयोटा वाई लिख लो, जो ई दी पावर जेड लिख लो, दैट इज ऑन विच। ठीक है, चलो ये तो सी अपने कोले की चीज़ एक्सपोनेंशियल फंक्शन। नाउ वी विल टॉकिंग अबाउट लॉगरिदम फंक्शन। लॉग फंक्शन जो कि आप कहने हैं कि लॉग दी प्रॉपर्टीज यूज होंदियां ने, है ना। तो लॉग फंक्शन, हुण लॉग फंक्शन भी काफ़ी इंपॉर्टेंट जी गल है। क्यों? क्योंकि अगर तुसी किसी फंक्शन नू कॉम्पलैक्स नंबर नू लॉग दे विच लिखदे हो तो कुछ इस तरीके नाल लिखा जाऊगा, दैट इज़ लॉग जेड। और ਇਹਦਾ मतलब की हो गया लॉग एक्स प्लस आयोटा वाई। हुण ਇਹਦਾ मतलब अपने कोले किते ना किते कोई भी अगर ਤੁਹਾਨੂੰ फंक्शन दे दिता जाता है लॉग ਦੇ ਵਿੱਚ ਕੰਪਲੈਕਸ ਨੰਬਰ ਹੁੰਦਾ ਹੈ ਤਾਂ ਉਹਨੂੰ ਆਪਾਂ ਇਹ ਵਾਲੇ ਮੈਥਡ ਨਾਲ ਸੋਲਵ ਕਰ ਸਕਦੇ ਹਾਂ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਕਈ ਵਾਰੀ ਕੁਐਸਚਨ ਆ ਜਾਂਦਾ ਹੈ ਤਾਂ ਕਰਕੇ ਵੀ ਦੇਖਾਂਗੇ, ਇੱਕ ਦੋ ਐਗਜ਼ਾਮਪਲਸ ਮੇਰੇ ਸਾਹਮਣੇ ਪਈਆਂ ਨੇ ਤਾਂ ਉਹਨਾਂ ਨੂੰ ਆਪਾਂ ਕਰਾਂਗੇ ਵੀ। ਠੀਕ ਹੈ, ਹੁਣ ਜੇਕਰ ਆਪਾਂ ਗੱਲ ਕਰੀਏ, ਅਗਰ ਆਪਾਂ ਇਸ ਨੂੰ ਇੱਦਾਂ ਲਿਖ ਦਈਏ ਕਿ ਇਹ ਮੇਰੇ ਕੋਲ log r इंटू ई दी पावर आयोटा थीटा है, कुछ गलत नहीं है। क्यों नहीं है? क्योंकि ये मेरे को कार्टीजन फॉर्म सी, मैंने इसनों पोलर फॉर्म दे विच लिख लिया। जिवें तुहाडा फंक्शन कंफर्टेबली सॉल्व होंदा है आप उसनों उस फॉर्मैट दे विच लिख सकते हैं, क्योंकि अपना मेन मोटिव है प्रॉब्लम नू सॉल्व करना। ठीक है, क्योंकि कंपलैक्स नंबर वो भी है ये भी है, दोनों ही राइट ने, तो मैंने सॉल्व कर लिया। हुण इहदा रीजन क्यों मैंने चेंज किया? इत्थे मैं कोई प्रॉपर्टी नहीं लगा पा रही सी लोग दी, इत्थे मैंने एक प्रॉपर्टी नज़र आ गई, दैट इज़ log m प्लस log n। ठीक है, और हुण log r की वैल्यू नूं दोबारा लिख लैने हो, मेरे को की हुंदी है एक्स स्क्वेयर प्लस वाई स्क्वेयर हुंदी है रूट दे विच। log एंड ई आपस दे विच इवैल्यूएट हो जाएंगे, कल्ला मेरे को कितना रह जाएगा आयोटा थीटा रह जाएगा। वी ऑल नो दैट कि log और ई जो कट्ठे हुंदे हैं तो ये वैनिश हो जाते हैं, इन्होंने कट्टना नहीं हुंदा, दैट वाज रॉन्ग। ठीक है, वैनिश हो जाते हैं ये। ठीक है, चलो जी ये चीज़ बन गई अपने को। हुण कुछ बच्चे इसनों पावर 1/2 लिख के अपने कंफर्ट लिए अगे भी ले आते हैं, कुछ नहीं भी लेके आते, तो वो अपना अपना जिमें भी तुसीं सॉल्व करना चाहते हो, जिमें भी तुसीं याद रख सकते हो उस वे दे अकॉर्डिंग है। तो ये जो वैल्यू है ये वैल्यू होंदी है जी अपनी log ऑफ जेड दी, जो कि अपने कोले लॉगरिदम फंक्शन इन द कंपलैक्स फॉर्मेट ट्रांसडेंटल फंक्शन होंदा है। ठीक है, हुण ये है अपने कोले जनरल वैल्यू। ठीक है, जनरल वैल्यू दे विच इसनों प्रॉपरली लिख लैने आ कि मेरे को जो log z है वो मेरे को किस इक्वल होएगा 1/2 log एक्स स्क्वेयर प्लस वाई स्क्वेयर प्लस आयोटा। हुण थीटा नूं भी प्रॉपरली लिखना जरूरी है। फर्स्ट फंक्शन मेरे को कार्टीजन पे है, सैकेंड मेरे को पोलर दे विच पे है, दैट वाज रॉन्ग, तो उसनूं भी आपां प्रॉपरली लिख लैने आ। ये मेरे को हो गया जी बिल्कुल प्रिंसीपल वैल्यू ऑफ द log z। प्रिंसीपल वैल्यू क्यों आ गई ये विच? क्योंकि आर्गूमेंट प्रॉपरली यूज हो रहा है। अगर इस थानू प्रिंसीपल वैल्यू की गल नहीं की, जनरल वैल्यू की गल की है, तो जनरल वैल्यू किद्दां होएगी log z दे विच जो भी तुहाडे कोल पूरा का पूरा फंक्शन है 2n पाई नू ऐड कर दो, दैट विल बी योर जनरल वैल्यू, है ना। नाउ द क्वेश्चन इज कि इदां दे क्वेश्चन आएंगे सॉल्व किवें करने ने। देखो जिवें कि तुहानू एक एग्जाम्पल दे देने आपां, दैट इज log आयोटा। नाउ सोल्व log आयोटा, तो आप पजल हो जाने आयोटा log दे विच किवें सोल्व करिए। तो हुण पहला तो इसनों थोड़ा जिहा सिंपल फॉर्मैट दे विच लिख लो, दैट विल बी log 0 प्लस आयोटा। इट मीनस मेरे को x की वैल्यू कितनी है 0 है और y की वैल्यू मेरे को कितनी है 1 है। हुण आपां नूं पता है कि जो log कॉम्पलैक्स नंबर है वो किहदे इक्वल हुंदा है, वो हुंदा है 1/2 log एक्स स्क्वेयर प्लस वाई स्क्वेयर और प्लस आयोटा tan इनवर्स y ओवर x। प्रिंसिपल वैल्यू की ही गल कर रही हाँ मैं। सो इसनों सॉल्व कर लैने 1/2 log, ये जो वैल्यूज़ नूं पुट करांगे तो मेरे को कितना आ जाएगा जी, आई थिंक सो log 1 आ जाएगा। नो कुछ भी डिफिकल्ट नहीं है ये। आयोटा tan इनवर्स 1/0 करांगे तो इनफिनिटी आ जाएगा, है ना, क्योंकि tan 1/0 इज ऑलवेज इक्वल टू इनफिनिटी। ये वैल्यू मेरे को बन गई 0, क्यों? क्योंकि log 1 की वैल्यू कितनी होंदी है 0 और tan इनफिनिटी कदों होंदा है π/2 ते। इट मीनस इसका जो आंसर है वो मेरे को कितना आ गया π/2 आयोटा, दैट इज π/2 आयोटा। हुण ये कुछ भी नहीं, हुण मैं तुहानूं एक होमवर्क दे देनी आ कि सॉल्व करो log 1 की कितनी वैल्यू होगी। हुण तुसीं कहोगे मैनूं कड्ढण की की लोड़ है, तो सानूं ऑलरेडी पता कि 0 होंदी है। वी ऑल नो दैट कि इसकी वैल्यू 0 होंदी है ना, बट तुसीं इसनूं इस फॉर्मैट दे नाल भी कढ सकदे हो ताकि तुहानूं एक बारी मैथड क्लीयर हो जाए। ठीक है जी, एक बारी
ਮੈਥਡ ਕਲੀਅਰ ਹੋ ਜੇ। ਬਾਕੀ ਬਹੁਤ ਸਾਰੀਆਂ ਵੈਲਿਊਜ਼ ਨੇ, ਤੁਸੀਂ ਲੋਕ 2 ਆਇਓਟਾ ਲੈ ਲਓ, ਲੋਕ 5 ਆਇਓਟਾ ਲੈ ਲਓ, ਰੂਟ 3 ਆਇਓਟਾ ਲੈ ਲਓ, ਕੋਈ ਵੀ ਆਪਣੇ ਵੱਲੋਂ ਐਗਜ਼ਾਮਪਲ ਲੈ ਕੇ ਸੋਲਵ ਕਰ ਸਕਦੇ ਹੋ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਫੋਰ ਐਗਜ਼ਾਮਪਲ ਕਈ ਵਾਰੀ ਆਇਓਟਾ ਦੀ ਪਾਵਰ ਆਇਓਟਾ ਦੇ ਫਾਰਮੈਟ ਦੇ ਵਿੱਚ ਦੇ ਦਿੰਦੇ ਨੇ, ਤਾਂ ਉਸ ਕੇਸ ਦੇ ਵਿੱਚ ਕੀ ਕਰਨਾ ਹੈ? ਹੁਣ ਜਦੋਂ ਕੰਪਲੈਕਸ ਨੰਬਰ ਦੀ ਪਾਵਰ ਕੰਪਲੈਕਸ ਨੰਬਰ ਦੇ ਵਿੱਚ ਦੇਤੀ, ਤਾਂ ਸਭ ਤੋਂ ਪਹਿਲਾਂ ਤਾਂ ਉਸਨੂੰ ਆਪਾਂ ਕਿਸੇ ਨਾ ਕਿਸੇ ਫੰਕਸ਼ਨ ਦੇ ਇਕੁਅਲ ਰੱਖਦੇ ਹਾਂ। ਇੱਦਾਂ ਦੇ ਕੁਐਸਚਨ ਨੂੰ ਸੋਲਵ ਕਰਨ ਦਾ ਇੱਕੋ ਹੀ ਤਰੀਕਾ ਹੈ, ਦੋਨੋਂ ਜਗ੍ਹਾ ਦੇ ਉੱਪਰ ਕੀ ਲੈ ਲਓ? ਟੇਕ ਲੋਗ। ਜਦੋਂ ਦੋਨੋਂ ਜਗ੍ਹਾ ਦੇ ਉੱਪਰ ਆਪਾਂ ਲੋਗ ਲੈ ਲੈਂਦੇ ਹਾਂ ਤਾਂ ਆਪਣੇ ਅਕੋਰਡਿੰਗ ਕੁਐਸਚਨ ਜੋ ਹੈ ਥੋੜਾ ਜਿਹਾ ਸਿੰਪਲ ਬਣ ਜਾਂਦਾ ਹੈ। ਸਿੰਪਲ ਤਾਂ ਬਣੇਗਾ, ਪਰ ਆਪਾਂ ਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਲੋਗ ਆਇਓਟਾ ਨੂੰ ਸੋਲਵ ਕਿਵੇਂ ਕਰਨਾ ਹੈ। ਜੇ ਲੋਗ ਆਇਓਟਾ ਨੂੰ ਸੋਲਵ ਕਰਨ ਦਾ ਮੈਥਡ ਆਂਦਾ ਹੈ, ਜੋ ਕਿ ਆਪਾਂ ਹੁਣੀ ਕਰਕੇ ਹਟੇ ਸੀ, ਆਪਾਂ ਨੂੰ ਪਤਾ ਹੈ ਕਿ ਲੋਗ ਆਇਓਟਾ ਦੀ ਵੈਲਿਊ ਆਪਾਂ ਹੁਣੀ ਕੱਢੀ ਸੀ, ਦੈਟ ਇਜ਼ π/2 ਆਇਓਟਾ, ਤਾਂ ਇਹ ਮੇਰੇ ਕੋਲ ਈਜ਼ੀਲੀ ਸੋਲਵ ਹੋ ਜਾਊਗਾ ਔਰ ਇੱਥੋਂ ਮੇਰੇ ਕੋਲ ਆਰਾਮ ਨਾਲ ਜੋ ਹੈ ਵੈਲਿਊ ਆ ਜਾਏਗੀ। ਠੀਕ ਹੈ। ਹੁਣ ਦੇਖੋ, ਇਸ ਨੂੰ ਸੋਲਵ ਕਰਨ ਦੇ ਲਈ ਆਪਾਂ 100 ਦਿਮਾਗ ਲਗਾਉਂਦੇ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਮੈਥਡ ਕਿੱਥੇ ਲੱਗੇਗਾ, ਦੈਟ ਇਜ਼ ਦ ਰਾਈਟ ਆਨਸਰ। ਠੀਕ ਹੈ, ਕਲੀਅਰ ਹੈ? ਆਈ ਹੋਪ ਸੋ ਇਹ ਜੋ ਡਾਊਟਸ ਨੇ ਤੁਹਾਡੇ ਉਹ ਕਲੀਅਰ ਹੋ ਗਏ ਹੋਣਗੇ। ਟ੍ਰਾਂਸਡੈਂਟਲ ਫੰਕਸ਼ਨ ਦੇ ਨਾਲ ਆਪਣਾ ਇਹ ਟੌਪਿਕ ਜੋ ਹੈ ਉਹ ਕੰਪਲੀਟ ਹੁੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਕਿ ਮੇਰਾ ਇਹ ਡਾਊਟ ਹੈ ਜਾਂ ਕੁਛ ਵੀ ਹੈ, ਉਸ ਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ। ਆਈ ਵਿਲ ਟਰਾਈ ਕਿ ਤੁਹਾਡਾ ਉਹ ਨੈਕਸਟ ਜੋ ਹੈ ਕਲਾਸ ਦੇ ਵਿੱਚ ਉਸਨੂੰ ਸੋਲਵ ਕਰ ਦਈਏ। ਠੀਕ ਹੈ, ਔਰ ਕੋਸ਼ਿਸ਼ ਕਰਾਂਗੇ ਕੱਲ ਹੀ ਆਪਾਂ ਨਵਾਂ ਟੌਪਿਕ ਸਟਾਰਟ ਕਰ ਲਈਏ। ਠੀਕ ਹੈ, ਬਾਕੀ ਕਲਾਸ ਕਿਵੇਂ ਲੱਗੀ ਰਿਵਿਊ ਕਰ ਦਿਓ, ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਡੋਂਟ ਫੋਰਗੇਟ ਟੂ ਸ਼ੇਅਰ ਆਲਸੋ, ਲਾਈਕ ਜੇ ਨਹੀਂ ਕੀਤਾ ਹਾਲੇ ਤੱਕ, ਸਬਸਕ੍ਰਾਈਬ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ। ਠੀਕ ਹੈ ਜੀ, ਚਲੋ ਥੈਂਕ ਯੂ ਸੋ ਮਚ, ਟੇਕ ਕੇਅਰ।